ਸਤਨਾਮ ਸ੍ਰੀ ਵਾਹਿਗੁਰੂ ਜੀਓ। ਗੁਰੂ ਗਰੀਬ ਨਿਵਾਸ ਧੰਨ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਜੀਓ। ਜੈ ਮਾਰਗ ਕੇ ਗੁਣ ਜਾਏ ਨ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜੈ ਪੈਂਡੇ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਣੂ, ਹਰ ਕਾ ਨਾਮ ਤੈ ਨਾਲ ਪਛਾਣੂ। ਜੈ ਮਹਾ ਭਿਆਨ ਦਬਦ ਬੋਕਾ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ। ਜਹਾਂ ਤ੍ਰਿਖਾ ਮਨ ਤੁਝਿਆ ਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ। ਜਹਾਂ ਤ੍ਰਿਖਾ ਮਨ ਤੁਝਿਆ ਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ। ਗੁਰੂ ਸਾਜੀ ਨਵਾਜੀ ਸਾਧ ਸੰਗਤ ਜੀਓ, ਆਪਣੀ ਰਸਨਾ ਪਵਿੱਤਰ ਕਰੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਜੀਓ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ ਰਸਨਾ ਤੋਂ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ, ਸ੍ਰੀ ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟਪਦੀ ਦੀ ਚੌਥੀ ਪੌੜੀ ਦੇ ਵਿੱਚ ਨਰਕਾਂ ਦਾ ਪਰਲੋਕ ਦਾ ਰਸਤਾ ਇਸ ਤਰ੍ਹਾਂ ਨਾਲ ਦੱਸਦੇ ਹਨ ਕਿ ਜਿਹ ਮਾਰਗ ਕੇ ਗਣ ਜਾਹੇ ਨ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਕਿ ਇਸ ਜੰਮ ਦੇ ਰਸਤੇ ਦੇ ਕੋਹ ਨਹੀਂ ਗਿਣੇ ਜਾਂਦੇ ਕਿ ਕਿਤਨੇ ਕੁ ਕੋਹ ਹਨ। ਐ ਮੇਰੇ ਮਨ, ਜੇਕਰ ਨਾਮ ਜਪਿਆ ਹੋਵੇਗਾ ਤਾਂ ਉਸ ਰਸਤੇ ਵਿੱਚ ਜੋ ਮਹਾ ਭਿਆਨਕ ਹੈ, ਤੇਰੇ ਨਾਲ ਨਾਮ ਦਾ ਤੋਸਾ ਹੋਵੇਗਾ, ਨਾਮ ਦਾ ਖਰਚਾ ਤੇਰੇ ਨਾਲ ਹੋਵੇਗਾ। ਅੱਗੇ ਜ਼ਿਕਰ ਕਰਦੇ ਹਨ, ਜੈ ਮਹਾ ਭਿਆਨ ਜੈ ਮਾਰਗ ਕੇ ਗਣ ਜਾਹੇ ਨ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜੈ ਪੈਂਡੇ ਮਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਿਸ ਜੰਮ ਦੇ ਰਸਤੇ ਵਿੱਚ ਘੋਰ ਘੁੱਪ ਹਨੇਰਾ ਹੈ, ਉੱਥੇ ਹਰੀ ਦੇ ਨਾਮ ਦਾ ਚਾਨਣਾ ਇਸ ਦੇ ਨਾਲ ਹੁੰਦਾ ਹੈ। ਜਹਾਂ ਪੰਥ ਤੇਰਾ ਕੋ ਨਾ ਸਿਆਣੂ, ਹਰ ਕਾ ਨਾਮ ਤੈ ਨਾਲ ਪਛਾਣੂ। ਜਿਸ ਜੰਮ ਦੇ ਰਸਤੇ ਵਿੱਚ ਇਹਦਾ ਕੋਈ ਪਛਾਣੂ ਨਹੀਂ ਹੁੰਦਾ, ਕੋਈ ਜਾਣੂ ਪਛਾਣੂ ਨਹੀਂ, ਉੱਥੇ ਹਰੀ ਦਾ ਨਾਮ ਇਹਦੇ ਨਾਲ ਇਹਦਾ ਪਛਾਣੂ ਹੁੰਦਾ ਹੈ, ਇਹਦੀ ਰੱਖਿਆ ਕਰਨ ਵਾਲਾ ਹੁੰਦਾ ਹੈ।
जहाँ पंथ तेरा को ना सिंजाणू, हर का नाम तै नाल पछाणू। जै महाभयान तपत बहु काम, जिथे 12 सूरज इकट्ठे तपदे हन। महाभयानक तपश दे नाल जो धरती तपी हुई है, उत्थे हरि दे नाम दी छां इहदे उत्ते हुंदी है। जै महाभयान तपत बहु काम, तै हर के नाम की तुम उपर शाम। जहाँ त्रिखा मन तुझ आक रखै, तह नानक हर हर अमृत बरखे। जिथे बहुत वड्डी त्रेह इसनों खिच पाउंदी है, मन नूं व्याकुल करदी है, उत्थे जम दे रस्ते विच पानी पीण वास्ते किते है नहीं। इस करके गुरु साहब जी कहते हैं, जेकर नाम जपिया होवे, प्रभु नूं आराध्या होवे, परमेश्वर दी बंदगी कीती होवे, ਤਾਂ ਉੱਥੇ ਇਹਦੇ ਉੱਤੇ ਨਾਮ ਦੀ ਵਰਖਾ ਹੋਣ ਲੱਗ ਪੈਂਦੀ ਹੈ। ਤੇ ਨਾਨਕ ਹਰ ਹਰ ਅੰਮ੍ਰਿਤ ਬਰਖੈ, ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਗੱਜ ਕੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ ਜੀਓ, ਅੱਜ ਆਪ ਜੀ ਨੇ ਨਰਕਾਂ ਦੀ ਕਥਾ ਸਰਵਣ ਕਰਨੀ ਹੈ, ਕਿਉਂਕਿ ਗੁਰੂ ਸਾਹਿਬ ਜੀ ਦੂਸਰੀ ਅਸ਼ਟਪਦੀ ਦੀ ਇਸ ਚੌਥੀ ਪੌੜੀ ਦੇ ਵਿੱਚ ਨਰਕਾਂ ਦਾ ਰਾਹ, ਪਰਲੋਕ ਦਾ ਰਾਹ ਹੀ ਦੱਸਦੇ ਹਨ। ਤੇ ਜੋ ਕਥਾ ਗਰੜ ਪ੍ਰਾਣ ਤੇ ਭਾਗਵਤ ਪ੍ਰਾਣ ਦੇ ਵਿੱਚੋਂ ਪ੍ਰਗਟ ਹੁੰਦੀ ਹੈ, ਪੂਰਾ ਵੇਰਵਾ ਸਾਰੀ ਇਸ ਪੌੜੀ ਦਾ ਸਾਧ ਸੰਗਤ ਉੱਥੋਂ ਮਿਲਦਾ ਹੈ ਕਿ ਕਿਤਨੇ ਨਰਕ ਹਨ ਤੇ ਕਿਸ ਤਰ੍ਹਾਂ ਨਾਲ ਜੀਵ ਉੱਥੇ ਜਾਂਦਾ ਹੈ, ਕਿਹੜੇ ਕਿਹੜੇ ਦੁੱਖਾਂ ਨੂੰ ਸਹਿੰਦਾ ਹੈ। ਉਹ ਸਾਰਾ ਵੇਰਵਾ ਆਪ ਸਰਵਣ ਕਰੋਗੇ। ਸਭ ਤੋਂ ਆਦ ਪਹਿਲੇ ਭਗਵਾਨ ਨਾਰਾਇਣ ਜੀ, ਗੋਵਿੰਦ ਗੋਪਾਲ, ਪਤਿਤ ਪਾਵਨ ਦੀਨਾਨਾਥ, ਭਗਤ ਵਸਲ, ਭਵ ਖੰਡਨ, ਦੁਖ ਭੰਜਨ, ਨਾਰਾਇਣ ਹਰੀ, ਸ਼੍ਰੀ ਹਰੀ ਵਿਸ਼ਨੂੰ ਜੀ, ਸ਼ਾਮ ਸੁੰਦਰ ਜੀ ਨੂੰ ਨਮਸਕਾਰ ਕਰਨੀ ਹੈ, ਕਿਉਂਕਿ ਉਹਨਾਂ ਨੇ ਗਰੜ ਪ੍ਰਾਣ ਦੀ ਕਥਾ ਗਰੜ ਜੀ ਨੂੰ ਸੁਣਾਈ ਸੀ। ਆਓ ਪ੍ਰੇਮ ਨਾਲ ਪੜੋ। ਸਾਵਲ ਸੁੰਦਰ ਰਾਮਈਆ ਮੇਰਾ, ਸਾਵਲ ਸੁੰਦਰ ਰਾਮਈਆ ਮੇਰਾ, ਸਾਵਲ ਸੁੰਦਰ ਰਾਮਈਆ ਮੇਰਾ, ਸਾਵਲ ਸੁੰਦਰ ਰਾਮਈਆ ਮੇਰਾ। मेरा मन लगा तोए, मेरा मन लगा तोए, मेरा मन लगा तोए, मेरा मन लगा तोए। सावल सुंदर रामैया मेरो, सावल सुंदर रामैया, सावल सुंदर रामैया मेरो, सावल सुंदर रामैया मेरो। मेरो सावल सुंदर रामैया मेरो, सावल सुंदर रामैया मेरो। सावल सुंदर रामैया मेरो, सावल सुंदर रामैया मेरो। सावल सुंदर रामैया मेरो, सावल सुंदर रामैया मेरो। मेरा मन लगा तोए, मेरा मन लगा तोए, मेरा मन लगा तोए, मेरा मन लगा तोए। सावल सुंदर रामैया मेरो, सावल सुंदर रामैया मेरो। सावल सुंदर रामैया। साध संगत, इस तरह नाल अपनी चित्त विरती नूं एकाग्र करके ध्यान पूर्वक सुनने का यत्न करना। कश्यप ऋषि जी, जिन्हां दियां 4 इस्त्रियां होईयां हन, दिति, आदिति, बनता अते कदरू। दिति तो दैंद पैदा होए सन,
ਆਦਿਤੀ ਤੋਂ ਦੇਵਤੇ ਪੈਦਾ ਹੋਏ ਸਨ, ਕਦਰੂ ਤੋਂ ਸਰਪ ਪੈਦਾ ਹੋਏ ਸਨ ਅਤੇ ਬਨਤਾ ਤੋਂ ਗਰੜ ਤੇ ਅਰਣ ਪੈਦਾ ਹੋਏ ਸਨ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਤਰ੍ਹਾਂ ਨਾਲ ਇੱਕ ਰਿਖੀ ਤੋਂ 4 ਪ੍ਰਕਾਰ ਦੇ, ਇਸ ਤਰ੍ਹਾਂ ਨਾਲ ਕਹਿ ਲਓ ਕਿ ਖਾਣੀ ਪੈਦਾ ਹੋਈ, 4 ਪ੍ਰਕਾਰ ਦੇ ਜੀਵ ਪੈਦਾ ਹੋਏ। ਅਰੁਣ ਤੇ ਗਰੜ ਜਿਨ੍ਹਾਂ ਨੇ ਕਮਾਈ ਕੀਤੀ, ਨਾਮ ਜਪਿਆ, ਪਰਮੇਸ਼ਰ ਨੂੰ ਆਰਾਧਿਆ। ਗਰੜ ਜੀ ਨੇ ਭਗਵਾਨ ਵਿਸ਼ਨੂੰ ਜੀ ਦਾ ਧਿਆਨ ਕੀਤਾ ਤੇ ਭਗਵਾਨ ਵਿਸ਼ਨੂੰ ਜੀ ਦੇ ਵਾਹਨ ਬਣ ਗਏ, ਜੋ ਗੁਰਬਾਣੀ ਦੇ ਵਿੱਚ ਮਹਾਵਾਕ ਆਉਂਦੇ ਹਨ। ਜਿਸ ਵਕਤ ਭਗਤ ਨਾਮਦੇਵ ਜੀ ਨੂੰ ਸਲੇਮ ਬਾਦਸ਼ਾਹ ਨੇ ਬੰਨ੍ਹ ਲਿਆ ਸੀ, 7.5 ਘੜੀ ਦੀ ਮੋਹਲਤ ਦਿੱਤੀ ਹੈ ਕਿ ਜਾਂ ਤੇ ਗਾਂਜੀਂਦੀ ਕਰ ਦੇ, ਨਹੀਂ ਤੇ ਦੀਨ ਇਸਲਾਮ ਕਬੂਲ ਕਰ ਲੈ, ਨਹੀਂ ਤੇ ਤੇਰਾ ਸਿਰ ਧੜ ਤੋਂ ਲਾ ਕਰਕੇ ਰੱਖ ਦੇਵਾਂਗਾ। ਹੁਣ ਸਾਧ ਸੰਗਤ ਭਗਤ ਨਾਮਦੇਵ ਜੀ ਚੁੱਪਚਾਪ ਬੈਠੇ ਹਨ। 7.5 ਘੜੀ ਦੇ ਵਿੱਚੋਂ 7 ਘੜੀਆਂ ਬੀਤ ਗਈਆਂ ਹਨ, ਤਕਰੀਬਨ 15 ਮਿੰਟ ਬਾਕੀ ਰਹਿੰਦੇ। ਜਿਸ ਵਕਤ ਭਗਤ ਨਾਮਦੇਵ ਜੀ ਨੇ ਗਾਂ ਵੀ ਜਿੰਦੀ ਨਾ ਕੀਤੀ, ਦੀਨ ਇਸਲਾਮ ਕਬੂਲ ਨਾ ਕੀਤਾ, ਪ੍ਰੇਮੀਆਂ ਦੇ ਮਨ ਦੇ ਵਿੱਚ ਸੰਸਾ ਹੈ ਕਿ ਹੁਣ ਬਾਦਸ਼ਾਹ ਨਾਮਦੇਵ ਨੂੰ ਮਾਰ ਦੇਵੇਗਾ। ਭਗਵਾਨ ਨੂੰ ਆਪਣੇ ਭਗਤ ਪਿਆਰੇ ਹਨ। ਉਸ ਵਕਤ ਭਗਵਾਨ ਨਾਰਾਇਣ ਸ਼੍ਰੀ ਹਰੀ ਵਿਸ਼ਨੂੰ ਜੀ ਗਰੜ ਤੇ ਚੜ੍ਹ ਕੇ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਆਏ। ਬਾਣੀ ਵਿੱਚ ਸ਼ਬਦ ਆਉਂਦਾ ਹੈ, ਪਖੰਤਣ ਬਾਜ ਵਜਾਏਲਾ ਗਰੜ ਚੜ੍ਹੇ ਗੋਬਿੰਦ ਆਏਲਾ, ਆਪਣੇ ਭਗਤ ਪਰ ਕੀ ਪ੍ਰਤਪਾਲ ਗਰੜ ਚੜ੍ਹੇ ਆਏ ਗੋਪਾਲ। ਗਰੜ ਦਾ ਭਰਾ ਅਰੁਣ ਹੋਇਆ ਹੈ, ਜਿਹਨੇ ਤਪ ਕੀਤਾ, ਜੋ ਜਨਮ ਤੋਂ ਹੀ ਪਿੰਗਲਾ ਸੀ। ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਵਿਸ਼ਵ ਕਾ ਦੀਪਕ ਸੁਆਮੀ ਤਾਂਚੇ ਰੇ ਸਵਾਰਥੀ, ਪੰਖੀ ਰਾਏ ਗਰੜ ਤਾਂਚੇ ਬਾਂਧਵਾ ਕਰਮ ਕਰ ਅਰਣ ਪਿੰਗਲਾਰੀ। ਵਿਸ਼ਵ ਦਾ ਦੀਵਾ ਜੋ ਸੂਰਜ ਹੈ, ਉਹਦਾ ਸਵਾਰਥੀ ਰਥ ਚਲਾਉਣ ਵਾਲਾ ਅਰਣ ਹੋਇਆ ਹੈ। ਇਹ ਗਰੁੜ ਦਾ ਭਰਾ ਸੀ। ਪੰਖੀ ਰਾਏ ਗਰੜ ਤਾਂਚੇ ਬਾਂਧਵਾ ਕਰਮ ਕਰ ਅਰਣ ਪਿੰਗਲਾਰੀ। ਕਹਿਣ ਤੋਂ ਭਾਵ ਅਰਥ, ਦੱਸਣ ਤੋਂ ਭਾਵ ਅਰਥ ਇਹ ਹੈ ਕਿ ਗਰੜ ਜੀ ਦਾ ਨਾਮ ਗੁਰਬਾਣੀ ਦੇ ਵਿੱਚ ਆਉਂਦਾ ਕਈ ਜਗ੍ਹਾ ਤੇ, ਹਨੂਮਾਨ ਸਰ ਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, 4 ਵੇਦ ਅਰ ਸਿਮਰਤ ਪ੍ਰਾਨਾ, ਕਮਲਾ ਪਤ ਕਵਲਾ ਨਹੀਂ ਜਾਨਾ। ਉਹ ਗਰੜ ਜੀ ਜੋ ਭਗਵਾਨ ਵਿਸ਼ਨੂੰ ਜੀ ਦੇ ਵਾਹਨ ਹਨ। ਪਾਖੰਤਣ ਬਾਜ ਵਜਾਏਲਾ ਗਰੜ ਚੜ੍ਹੇ ਗੋਬਿੰਦ ਆਏਲਾ, ਆਪਣੇ ਭਗਤ ਪਰ ਕੀ ਪ੍ਰਤਪਾਲ ਗਰੜ ਚੜ੍ਹੇ ਆਏ ਗੋਪਾਲ। ਉਹ ਗਰੜ ਜੀ ਭਗਵਾਨ ਵਿਸ਼ਨੂੰ ਦੇ ਚਰਨਾਂ ਵਿੱਚ ਬੇਨਤੀ ਕਰਕੇ ਪੁੱਛਦੇ ਹਨ ਕਿ ਹੇ ਪ੍ਰਭੂ, ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਜੀਵ ਕਿਸ ਤਰ੍ਹਾਂ ਨਾਲ ਨਰਕ ਤੋਂ ਜਾਂ ਸੁਰਗ ਤੋਂ ਸੰਸਾਰ ਦੇ ਵਿੱਚ ਆਉਂਦਾ ਹੈ, ਜਨਮ ਲੈ ਕੇ ਫਿਰ ਕਿਸ ਤਰ੍ਹਾਂ ਨਾਲ ਇਹ ਮੁੜ ਕੇ ਫਿਰ ਨਰਕਾਂ ਵਿੱਚ ਤੇ ਜਾਂ ਸੁਰਗ ਦੇ ਵਿੱਚ ਜਾਂਦਾ ਹੈ। ਉਹ ਸਾਰੀ ਕਥਾ ਮੈਨੂੰ ਵਿਸਥਾਰਪੂਰਵਕ ਸੁਣਾਓ। ਤੇ ਸਾਧ ਸੰਗਤ ਭਗਵਾਨ ਆਪਣੇ ਪੂਰੇ ਵੇਰਵੇ ਦੇ ਨਾਲ ਗਰੜ ਪੁਰਾਣ ਦੇ ਵਿੱਚ ਇਸ ਨੂੰ ਸੁਣਾਉਂਦੇ ਹਨ। ਆਓ ਪ੍ਰੇਮ ਨਾਲ ਪੜੋ। ਜਿਹ ਮਾਰਗ ਕੇ ਗਣ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਕੋ ਜਾਂਦੇ ਨਾ ਗਣਿਓ ਮਨਾ ਮੇਰਿਆ, ਔਖਾ ਪੈਂਡਾ ਜਮ ਲੋਕ ਦਾ। ਜਾਂਦੇ ਨਾ ਗਣਿਓ ਮਨਾ ਮੇਰਿਆ, ਔਖਾ ਪੈਂਡਾ ਜਮ ਲੋਕ ਦਾ। ਉਹ ਜਾਂਦੇ ਨਾ ਗਣਿਓ ਮਨਾ ਮੇਰਿਆ, ਔਖਾ ਪੈਂਡਾ ਜਮ ਲੋਕ ਦਾ। ਜਾਂਦੇ ਨਾ ਗਣਿਓ ਮਨਾ ਮੇਰਿਆ, ਔਖਾ ਪੈਂਡਾ ਜਮ ਲੋਕ ਦਾ। ਔਖਾ ਪੈਂਡਾ ਜੀ ਜਮ ਲੋਕ ਦਾ, ਔਖਾ ਪੈਂਡਾ ਜੀ ਜਮ ਲੋਕ ਦਾ। ਔਖਾ ਪੈਂਡਾ ਜੀ ਜਮ ਲੋਕ ਦਾ, ਔਖਾ ਪੈਂਡਾ ਜੀ ਜਮ ਲੋਕ ਦਾ। ਜਾਂਦੇ ਨਾ ਗਣਿਓ ਮਨਾ
ਪੈਂਡਾ ਜਮ ਲੋਕ ਦਾ। गुरु साहब जी चौथी पौड़ी दे विच पहले जिक्र करते हैं, जे मार्ग के गण जाहे न कोसा, हर का नाम उहाँ संग तोसा। जिस वक्त जीव संसार दे विच आउंदा है, माता दे उदर तो हुक्मे अंदर निम्या प्यारे, हुक्मे उदर मजार, हुक्मे अंदर जम्या प्यारे, ऊंदो सिर कै पार, मुख तलै पैर उपरे बसंदो कोथड़े थाए, नानक सो तनी क्यों विसारियो उधर जिस दै नाई। जन्म तो बाद इस नूं माया लग जाती है, अविद्या इहदे उत्ते असर करती है, फिर तीन अवस्था विच दी गुजरदा है, बाल जवानी और बिरध फुन, तीन अवस्था जान। पहला प्यार लगा थन दुध, दूजा माए बाप की सुध, तीजा भया भाभी बेब, चौथा प्यार उपन्नी खेड़, पंजवें खान पीण की तात, छेवें कामना पुछै यात, सतवें सांझ किया करवास, अठवें क्रोध हुआ तन नास, नौवें थोड़े उब्बे साहा, दसवें दद्दा हुआ स्वाहा, गए सगीत पुकारी ताहा, उड़िया हंस दसाए राह, आया गया मोया नाव, पिछै पत्तल सद्यो काम, नानक मनमुख अंध प्यार, बाज गुरु डुब्बा संसार। यानी इस तरह ना पहले बाल अवस्था विच, फिर किशोर अवस्था विच, युवा अवस्था विच, ये जिथे चंगे कर्म करदा उत्थे माड़े कर्म भी करदा है, तीर्थां नूं जांदा है, दूसरे पासे बुरा कर्म भी करता है। कहण तो भाव अर्थ कि चंगे माड़े जो भी अपने जवानी दे विच कर्म करता है वो खट्टी खट लैंदा है, वो खट्टी लै करके बुढ़ा हो जाता है, बुढ़ा होया हुण बिस्तर ते पिया होया है। 10 बाल तन भी श्रवण, 30 का सुंदर कहावे, 40 पर होए 85 पाख सै, 60 के बढ़ेपा आवे, 70 का मतहीन, 80 का व्यवहार न पावे, 90 का सहजासनी मूल न जाने, अप वल टंडोलम टूंडम डिठ में, नानक जग तूए का तौल हर। यानी कोई शुभ कर्म नहीं किया, कोई तीर्थ नहीं परसे, किसी देवी देवते की पूजा नहीं की, दर्शन नहीं किया, सत्संगत नहीं की, कोई पखा नहीं झलिया, कोई पानी नहीं ढोया संगत में जाके, कोई झाड़ू नहीं दिता, कोई चक्की नहीं पीसी, किसी साधु संत महात्मा गुरु अगे सीस नहीं नवाया, वो को सिक्ख्या दीख्या नहीं लई है, गुरु मंत्र का जप नहीं किया, नाम नहीं जपया है, की कीता इस तो विपरीत करता रहा। जन भगतन को कहो ना मानो, कियो अपनों पई है। ये बुरे कर्म निंदा चुगली विच, दगे फरे विच, चोरी यारी उपद्रव दे विच, झूठ बोलण विच, झूठियां गवाहियां देण दे विच, वड्डी लैण दे विच, हक पराया खाण दे विच, यानी बहुत पांद दे नाल अपने बुरे कर्मां दे नाल चित्त नूं लाया। ते साध संगत ਉਹਦਾ फल की होया, ਉਹ ਹੁਣ ਇਹਨੂੰ ਅੱਗੇ ਭੋਗਣਾ ਪੈਣਾ ਹੈ। ਜੋ ਫਲ ਹੋਵੇਗਾ ਉਹ ਸਾਰਾ ਵਿਸਤਾਰ ਦੇ ਨਾਲ ਅੱਗੇ ਨਰਕਾਂ ਦੇ ਰੂਪ ਦੇ ਵਿੱਚ ਇਹਦੇ ਸਾਹਮਣੇ ਆ ਜਾਂਦਾ ਹੈ। ਸ਼ੁਭ ਕਰਮਾਂ ਦਾ ਫਲ ਸੁਰਗ, ਮਾੜੇ ਕਰਮਾਂ ਦਾ ਫਲ ਇਸ ਨੂੰ ਨਰਕ ਮਿਲਦਾ ਹੈ। ਅੱਜ ਵਿਸਤਰ ਦੇ ਵਿਆਹ ਹੈ। 90 ਕਾ ਸਹਿਜਾਸਣੀ ਮੂਲ ਨਾ ਜਾਣੈ ਆਪ ਬਲ, ਟੰਟੋਲਮ ਢੂੰਡ ਮੰਡਿਠ ਮੈਂ ਨਾਨਕ ਜਗ ਤੂਏ ਕਾ ਧੌਲ ਹਰ। ਆਓ ਪ੍ਰੇਮ ਦੇ ਨਾਲ ਪੜ੍ਹ ਲਓ। बुढ़ा हुआ शेख फरीद कंबन लगी देह, जे 100 बरिया जीवना पीतन हो सीखे। आओ प्रेम नाल पढ़ो। ए दुनिया सुहावा बाग एक दिन छड़ जाना, दुनिया सुहावा बाग एक दिन छड़ जाना। दुनिया सुहावा बाग एक दिन छड़ जाना, दुनिया सुहावा बाग एक दिन छड़ जाना। एक
ਬਈ ਛੱਡ ਜਾਣਾ, ਇੱਕ ਦਿਨ ਬਈ ਛੱਡ ਜਾਣਾ, ਇੱਕ ਦਿਨ ਬਈ ਛੱਡ ਜਾਣਾ, ਇੱਕ ਦਿਨ ਬਈ ਛੱਡ ਜਾਣਾ, ਇੱਕ ਦੁਨੀਆ ਸੁਹਾਵਾ ਬਾਗ, ਇੱਕ ਦਿਨ ਛੱਡ ਜਾਣਾ, ਦੁਨੀਆ ਸੁਹਾਵਾ ਬਾਗ, ਇੱਕ ਦਿਨ ਛੱਡ ਜਾਣਾ। ਹਾਂਜੀ, ਸਾਧ ਸੰਗਤ ਹੁਣ ਬਿਸਤਰ 'ਤੇ ਪਿਆ ਹੋਇਆ ਹੈ। ਕੀ ਹੋਇਆ? ਅੰਤ ਸਮਾਂ ਆ ਗਿਆ। ਅੰਤ ਸਮਾਂ ਆਇਆ, ਉਹ ਭਿਆਨਕ ਧਰਮ ਰਾਜਾ ਦੇ ਦੂਤ ਇਹਦੇ ਸਾਹਮਣੇ ਆਏ, ਜਿਨ੍ਹਾਂ ਦੀ ਡਰਾਉਣੀ ਸ਼ਕਲ ਹੈ, ਜਿਨ੍ਹਾਂ ਦੇ ਹੱਥ ਦੇ ਵਿੱਚ ਡੰਡਾ ਹੈ, ਗਲ ਦੇ ਆਪਣੇ ਦੂਸਰੇ ਹੱਥ ਦੇ ਵਿੱਚ ਸੰਗਲ ਹੈ, ਅਤੇ ਇਹਦੇ ਗਲ ਦੇ ਵਿੱਚ ਉਹ ਸੰਗਲ ਪਾ ਲੈਂਦੇ ਹਨ ਅਤੇ ਇਸ ਨੂੰ ਜਮਪੁਰੀ ਨੂੰ ਲੈ ਕੇ ਤੁਰਦੇ ਹਨ। ਅਤੇ ਸਾਧ ਸੰਗਤ ਉਹਦੇ ਨੇਤਰ ਜਿਹੜੇ ਹਨ ਜਮ ਦੇ, ਉਹ ਅਗਨੀ ਦੀ ਨਿਆਈ ਬਲਦੇ ਪਏ ਹਨ, ਸਿਰ ਦੇ ਕੇਸ ਉਹਨਾਂ ਦੇ ਖੋਲ੍ਹੇ ਹਨ, ਆਪਣਾ ਕਾਲਾ ਉਹਨਾਂ ਦਾ ਰੰਗ ਹੈ। ਇਹੋ ਜਿਹਾ ਭਿਆਨਕ ਜਮਦੂਤ ਜਿਸ ਵਕਤ ਇਹਦੇ ਸਾਹਮਣੇ ਜਾਂਦਾ ਹੈ ਅਤੇ ਡਰਦੇ ਮਾਰੇ ਦੀ ਚੀਖਾਂ ਨਿਕਲ ਜਾਂਦੀ ਹੈ। ਇੰਨਾ ਦੁਖੀ ਹੁੰਦਾ ਹੈ, ਇੰਨਾ ਬੇਬਲ ਹੁੰਦਾ ਹੈ, ਆਪਣੀ ਬਿਰਥਾ ਕਿਸੇ ਦੂਸਰੇ ਨੂੰ ਦੱਸ ਨਹੀਂ ਸਕਦਾ, ਕਿਉਂਕਿ ਉਹ ਜਮਦੂਤ ਜਿਹੜੇ ਹਨ ਉਸੇ ਨੂੰ ਸੁਝਦੇ ਹਨ, ਜਿਨ ਕੀ ਚੀਰੀ ਦਰਗ ਹੈ ਪਾਟੀ, ਤਿੰਨਾ ਮਰਨਾ ਭਾਈ। ਗੁਰੂ ਸਾਹਿਬ ਜੀ ਦੇ ਮਹਾਂਵਾਕ ਹਨ। ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਜਮ ਦਾ ਰੂਪ ਇਸ ਤਰ੍ਹਾਂ ਦਾ ਹੀ ਵਰਣਨ ਕੀਤਾ ਹੈ। ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀਐ ਬੈ ਲੇਖਾ ਕਰ ਸਮਝਾਇਆ, ਥਾਉ ਨ ਹੋਵੀ ਪੌਦੀ ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਯਾਨੀ ਜਿਸ ਵਕਤ ਉਹ ਜਮ ਇਹਦੇ ਸਾਹਮਣੇ ਆਉਂਦੇ ਹਨ ਅਤੇ ਫਿਰ ਇਹਦੇ ਸਰੀਰ ਦੇ ਵਿੱਚੋਂ ਹੱਡਾਂ ਨੂੰ ਕੜਕਾ ਕੇ ਜਿੰਦ ਨੂੰ ਵਿੱਚੋਂ ਕੱਢਦੇ ਹਨ। ਬਾਬਾ ਫਰੀਦ ਜੀ ਗੁਰਬਾਣੀ ਵਿੱਚ ਮਹਾਂਵਾਕ ਉਚਾਰਨ ਕਰਦੇ ਹਨ, ਜਿਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹੋਂ ਦਿਖਾਲੇ ਆਏ। ਸੁਣੀਦਾ ਸੀ ਕਿ ਇੱਕ ਦਿਨ ਜਮ ਨੇ ਆਉਣਾ ਹੈ, ਪਰ ਅੱਜ ਉਸ ਜਮ ਨੇ ਆ ਕੇ ਆਪਣਾ ਮੂੰਹ ਦਿਖਾਲ ਦਿੱਤਾ। ਮਲਕ ਜੇ ਕੰਨੀ ਸੁਣੀ ਦਾ ਮੂੰਹੋਂ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂਕੜਕਾਏ। ਹੱਡਾਂ ਨੂੰ ਭੰਨ ਤੋੜ ਕੇ ਜਿੰਦ ਨੂੰ ਵਿੱਚੋਂ ਕੱਢਦੇ ਹਨ, ਪਰ ਜਿੰਦ ਪਈ ਲੁਕਦੀ ਹੈ। ਸਾਧ ਸੰਗਤ ਜਮ ਤੋਂ ਡਰਦੀ ਹੈ। ਇਸ ਤਰ੍ਹਾਂ ਨਾਲ ਗੁਰਬਾਣੀ ਵਿੱਚ ਲਿਖਿਆ ਹੈ, ਜਿੰਦ ਕੱਢਣੀ ਜਮਾਂ ਨੇ ਤੇਰੀ, ਹੱਡਾਂ ਤਾਈ ਭੰਨ ਤੋੜ ਕੇ, ਕੱਢਣੀ ਜਮਾਂ ਨੇ ਤੇਰੀ, ਹੱਡਾਂ ਤਾਈ ਭੰਨ ਤੋੜ ਕੇ। ਕੱਢਣੀ ਜਮਾਂ ਨੇ ਤੇਰੀ, ਦਾਤਾਈ ਭੰਨ ਤੋੜ ਕੇ, ਕੱਢਣੀ ਜਮਾਂ ਨੇ ਤੇਰੀ, ਦਾਤਾਈ ਭੰਨ ਤੋੜ ਕੇ। ਹੱਡਾਂ ਤਾਈ ਜੀ ਭੰਨ ਤੋੜ ਕੇ, ਹੱਡਾਂ ਤਾਈ ਜੀ ਭੰਨ ਤੋੜ ਕੇ, ਹੱਡਾਂ ਹੱਡਾਂ ਤਾਈ ਜੀ ਭੰਨ ਤੋੜ ਕੇ, ਹੱਡਾਂ ਤਾਈ ਜੀ ਭੰਨ ਤੋੜ ਕੇ, ਹੱਡਾਂ ਜਿੰਦ ਕੱਢਣੀ ਜਮਾਂ ਨੇ ਤੇਰੀ, ਜਮਾਂ ਨੇ ਤੇਰੀ, ਦਾਤਾਈ ਭੰਨ ਤੋੜ ਕੇ, ਕੱਢਣੀ ਜਮਾਂ ਨੇ ਤੇਰੀ, ਦਾਤਾਈ ਭੰਨ ਤੋੜ ਕੇ।
ਸਾਧ ਜਿੰਦ ਨਿਮਾਣੀ ਕੱਢੀਐ ਹੱਡਾਂ ਕੂਕੜ ਕਾਏ, ਸਾਹੇ ਲਿਖੇ ਨਾ ਚਲਣੀ ਜਿੰਦੂ ਕੂ ਸਮਝਾਏ। ਉਸ ਤੋਂ ਬਾਅਦ ਜਿਸ ਵਕਤ ਜੰਮ ਇਹਦੀ ਜਿੰਦ ਕੱਢਣ ਲੱਗਦੇ ਹਨ, ਉਸ ਵਕਤ ਜਿਹੜਾ ਆਪਣਾ ਇਹਦੇ ਸਰੀਰ ਦੇ ਵਿੱਚੋਂ ਚਿੱਤ ਕਲਾ ਜੋ ਹੈ, ਜੋ ਸਾਰੇ ਸਰੀਰ ਦੇ ਵਿੱਚ ਸਮਾਈ ਹੋਈ ਸ਼ਕਤੀ ਹੈ, ਆਸਤੇ ਆਸਤੇ ਸਰੀਰ ਦੇ ਵਿੱਚੋਂ ਨਿਕਲਣ ਲੱਗ ਪੈਂਦੀ ਹੈ। ਯਾਨੀ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਤੋਂ ਆਰੰਭ ਹੁੰਦੀ ਹੈ, ਜੋ ਨਬਜ਼ ਆਸਤੇ ਆਸਤੇ ਬੰਦ ਹੁੰਦੀ, ਫਿਰ ਆਪਣਾ ਇਹਦਾ ਸਵਾਸ ਜਿਹੜਾ ਹੈ ਉਹ ਬੰਦ ਹੁੰਦਾ ਜਾਂਦਾ ਹੈ। ਸਵਾਸ ਲੈਣ ਦਾ ਜੋ ਰਾਹ ਹੈ ਉਹ ਬਲਗਮ ਦੇ ਨਾਲ ਭਰਦਾ ਜਾਂਦਾ ਹੈ। ਉਸ ਤੋਂ ਬਾਅਦ ਫਿਰ ਨਾਭੀ ਦੇ ਵਿੱਚ ਜੋ ਸਵਾਸਾਂ ਦੀ ਗੰਢ ਦਿੱਤੀ ਹੋਈ ਹੈ, ਜਿਸ ਵਕਤ ਉਹ ਸਵਾਸਾਂ ਦੀ ਗੰਢ ਜੋ ਨਾਭੀ ਦੇ ਵਿੱਚ ਜਿੱਥੇ ਨੂੰ ਸਵਾਸ ਆਉਂਦੇ ਹਨ ਉਹ ਖੁੱਲ੍ਹਦੀ ਹੈ ਸਾਧ ਸੰਗਤ, ਤੇ ਆਖਦੇ ਹਨ ਕਿ ਇਹਨੂੰ 60,000 ਬਿਛੂ ਦੇ ਲੜਨ ਜਿਤਨਾ ਦੁੱਖ ਹੁੰਦਾ ਹੈ, ਇਤਨਾ ਜਿਸ ਉਹਦੇ ਨੂੰ ਦੁੱਖ ਹੁੰਦਾ ਤਾਂ ਇਹਦੀ ਜਾਨ ਨਿਕਲਦੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਜਿਸ ਵਕਤ ਇਹਦੀ ਜਾਨ ਨਿਕਲਦੀ ਹੈ ਤੇ ਉਸ ਤੋਂ ਬਾਅਦ ਇਹ ਬੇਹੋਸ਼ ਹੋ ਜਾਂਦਾ ਹੈ, ਮੂਰਛਿਤ ਹੋ ਜਾਂਦਾ ਹੈ। ਇਸ ਨੂੰ ਕੋਈ ਖਬਰ ਨਹੀਂ ਹੁੰਦੀ ਕਿ ਮੈਂ ਕੀ ਹਾਂ ਕੀ ਨਹੀਂ ਹਾਂ, ਕਿੱਥੇ ਹਾਂ ਕਿੱਥੇ ਨਹੀਂ। ਖੈਰ ਇਸ ਤਰ੍ਹਾਂ ਨਾਲ ਇਹਦੀ ਜਿਹੜੀ ਜਿੰਦ ਜਾਨ ਹੈ ਉਸ ਸਰੀਰ ਦੇ ਵਿੱਚੋਂ ਨਿਕਲਦੀ ਹੈ। ਆਪਣਾ 4 ਪ੍ਰਕਾਰ ਦੇ ਪ੍ਰਾਣੀ ਹਨ। ਇੱਕ ਤੇ ਪਾਪੀ ਹਨ, ਜਿਨ੍ਹਾਂ ਨੇ ਕਦੇ ਧਰਮ ਕਰਮ ਕੀਤਾ ਨਹੀਂ, ਉਹਨਾਂ ਦੇ ਸਵਾਸ ਜਿਹੜੇ ਹਨ ਉਹ ਗੁਦਾ ਰਸਤੇ ਨਿਕਲਦੇ ਹਨ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਤੋਂ ਬਾਅਦ ਜਿਹੜੇ ਸਾਧਕ ਪੁਰਸ਼ ਹਨ, ਜਿਨ੍ਹਾਂ ਦੀ ਅਜੇ ਤੱਕ ਪੂਰਨ ਪ੍ਰੀਤ ਪਰਮਾਤਮਾ ਦੇ ਨਾਲ ਨਹੀਂ ਪਈ ਹੈ, ਤੀਰਥ ਕਰਦੇ ਹਨ, ਦਾਨ ਵੀ ਕਰਦੇ ਹਨ, ਪਰ ਅਜੇ ਤੱਕ ਉਹਨਾਂ ਨੂੰ ਪਰਮੇਸ਼ਰ ਸੰਬੰਧੀ ਕੋਈ ਵਿਚਾਰ ਨਹੀਂ ਹੈ, ਮਨ ਦੇ ਵਿੱਚ ਕੋਈ ਚਾਨਣਾ ਨਹੀਂ ਹੋਇਆ, ਪੂਜਾ ਪਾਠ ਵੀ ਕਰਦੇ ਹਨ, ਉਹਨਾਂ ਦੇ ਸਵਾਸ ਜਿਹੜੇ ਹਨ ਉਹ ਮੁੱਖ ਰਸਤੇ ਨਿਕਲਦੇ ਹਨ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੀਸਰੇ ਉਹ ਪੁਰਸ਼ ਹਨ ਜਿਨ੍ਹਾਂ ਨੂੰ ਵਿਚਾਰ ਖੁਰ ਆਈ ਹੈ, ਜਿਨ੍ਹਾਂ ਦੇ ਕਪਾਟ ਖੁੱਲ੍ਹ ਗਏ ਹਨ, ਜਿਨ੍ਹਾਂ ਦਾ ਦਸਮ ਦੁਆਰਾ ਖੋਲ੍ਹਿਆ ਹੈ, ਉਹਨਾਂ ਦੇ ਸਵਾਸ ਜਿਹੜੇ ਹਨ ਸਾਧ ਸੰਗਤ ਉਹ ਕਪਾਟ ਰਸਤੇ ਹੋ ਕਰਕੇ ਸਿੱਧੇ ਜਾਂਦੇ ਹਨ ਸੁਰਗ ਨੂੰ। ਤੇ ਚੌਥੇ ਉਹ ਹਨ ਜਿਹੜੇ ਕਿ ਪੂਰਨ ਬ੍ਰਹਮ ਗਿਆਨੀ, ਜੋ ਪਾਰ ਬ੍ਰਹਮ ਪਰਮੇਸ਼ਰ ਦੇ ਵਿੱਚ ਅਭੇਦ ਹੋਏ ਹੋਏ ਹਨ, ਸੰਸਾਰ ਦੇ ਵਿੱਚ ਆਉਂਦੇ ਹਨ, ਦਿਸਦੇ ਹਨ, ਦੇਖਦੇ ਸੁਣਦੇ ਨਜ਼ਰ ਆਉਂਦੇ ਹਨ, ਪਰ ਉਹ ਨਾ ਉਹ ਦੇਖਦੇ ਹਨ ਨਾ ਉਹ ਸੁਣਦੇ ਹਨ, ਯਾਨੀ ਸੰਸਾਰ ਤੋਂ ਨਿਆਰੇ ਰਹਿੰਦੇ ਹਨ। ਦੀਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਉ ਧਿਆਨ ਧਰਤੇ, ਸੰਤਨ ਕੀ ਮਹਿਮਾ ਕਵਨ ਬਖਾਣੋ, ਅਗਾਧ ਬੋਧ ਕਿਛ ਮਿਤ ਨਹੀਂ ਜਾਣੋ। ਉਹ ਪੂਰਨ ਅਵਤਾਰ ਜੋ ਹੁੰਦੇ ਹਨ ਉਹ ਆਪਣੇ ਸਰੀਰ ਨੂੰ 5 ਤੱਤਾਂ ਦੇ ਵਿੱਚ ਹੀ ਮਿਲਾ ਦਿੰਦੇ ਹਨ। ਉਹਨਾਂ ਦਾ ਸਰੀਰ ਵੀ ਨਹੀਂ ਮਿਲਿਆ ਕਰਦਾ, ਯਾਨੀ ਉਹ ਕਿਸੇ ਰਸਤੇ ਵੀ ਨਹੀਂ ਜਾਂਦੇ, ਆਪਣੇ ਸਰੀਰ ਨੂੰ ਖਤਮ ਕਰ ਦਿੰਦੇ ਹਨ। ਇੱਥੇ ਜਿਵੇਂ ਭਗਤ ਕਬੀਰ ਜੀ ਦਾ ਸਰੀਰ ਨਹੀਂ ਮਿਲਿਆ ਸੀ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸਰੀਰ 5 ਭੌਤਿਕ ਦੇਹ ਨਹੀਂ ਮਿਲੀ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਰੀਰ ਵੀ ਨਹੀਂ ਮਿਲਿਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੀਰ ਵੀ ਨਹੀਂ ਮਿਲਿਆ ਸੀ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ, ਆਪਣਾ ਬਾਬਾ ਸ਼੍ਰੀ ਚੰਦ ਜੀ ਦਾ ਸਰੀਰ ਜਿਹੜਾ ਹੈ ਉਹ ਵੀ ਨਹੀਂ ਮਿਲਿਆ ਸੀ। ਇਸ ਤਰ੍ਹਾਂ ਨਾਲ ਹੋਰ ਬਹੁਤ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਆਪਣੇ ਸਰੀਰ ਨੂੰ 5 ਭੂਤਾਂ ਦੇ ਵਿੱਚ ਆਪਣਾ ਮਿਲਾ ਦਿੱਤਾ ਸੀ। ਕਹਿਣ ਤੋਂ ਭਾਵ ਅਰਥ ਕਿ ਸਾਧ ਸੰਗਤ ਉਹ ਜੋ ਸਭ ਤੋਂ ਵੱਡੇ ਹਨ, ਜਿਹੜੇ ਕਿ ਆਪਣੇ 5 ਭੌਤਿਕ ਦੇਹ ਨੂੰ 5 ਤੱਤਾਂ ਦੇ ਵਿੱਚ ਹੀ ਮਿਲਾ ਦਿੰਦੇ ਹਨ, ਉਹ ਨਿਰੰਕਾਰ ਹੀ ਹੁੰਦਾ ਹੈ। ਉਹ ਸਿੱਧੇ ਸੱਚਖੰਡ ਨੂੰ ਜਾਂਦੇ ਹਨ। ਉਹ ਨਾ ਸੁਰਗ ਵਿੱਚ ਜਾਂਦੇ, ਨਾ ਉਹ ਨਰਕ ਵਿੱਚ ਜਾਂਦੇ, ਨਾ ਉਹ ਕਿਸੇ ਲੋਕ ਵਿੱਚ ਜਾਂਦੇ, ਨਾ ਸੋਮ ਲੋਕ ਵਿੱਚ ਜਾਂਦੇ, ਉਹ ਨਾ ਸਨਾਤਨ ਲੋਕ ਵਿੱਚ ਜਾਂਦੇ, ਤੇ ਨਾ ਸੂਰਜ ਲੋਕ ਨੂੰ ਜਾਂਦੇ, ਨਾ ਰਸਾਤਲ ਨੂੰ ਜਾਂਦੇ, ਨਾ ਪਤਾਲ ਨੂੰ ਜਾਂਦੇ, ਉਹ ਸਿੱਧੇ ਜਾਂਦੇ ਸੱਚਖੰਡ ਨੂੰ। ਗੁਰਬਾਣੀ ਦੇ ਵਿੱਚ ਮਹਾਵਾਕ ਹਨ, ਜੰ ਕੈ ਘਰ ਨਿਕਟ ਵਰਤੀ। ਉਸ ਪਰਮਾਤਮਾ ਦੇ ਘਰ ਦੇ ਵਿੱਚ ਉਹਦੇ ਨਿਕਟ ਵਰਤੀ ਕਿਹੜੇ ਕਿਹੜੇ ਹਨ ਦੱਸੇ ਹਨ। ਅਰਜਨ, ਧਰੂ, ਪ੍ਰਹਿਲਾਦ, ਅੰਬਰੀਕ, ਨਾਰਦ, ਨੇਜੈ, ਸਿੱਧ, ਬੁੱਧ, ਗਣ ਗੰਧਰਵ, ਬਾਨਵੈ, ਹੇਲਾ। ਏਤੇ ਜੀ ਜਾਂਚੇ ਹੈ ਘਰੀ
ਸਰਬ ਵਿਆਪਕ ਅੰਤਰਹਰੀ, ਕਿ ਉਹਦੇ ਘਰ ਦੇ ਵਿੱਚ ਉਹ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਤਤਵੇਤਾ ਖੜੇ ਹਨ, ਜੋ ਧਰਮ ਰਾਜਾ ਦੇ ਲੇਖੇ ਤੋਂ ਬਾਹਰ ਹੋ ਗਏ ਹਨ। ਮਨ ਪਿਆਰਿਆ ਜੀ ਮਿੱਤਰਾ ਗੁਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ। ਹਰਦਰ ਸੇਵਿਆ ਲੱਖ ਭੇਵੇ ਨਿਸ਼ਚਲ ਆਸਣ ਪਾਇਆ, ਤੈ ਜਨਮ ਨ ਮਰਨ ਨ ਆਵਣ ਜਾਣਾ ਸੰਸਾ ਦੁਖ ਮਿਟਾਇਆ। ਧਰਮ ਰਾਏ ਕਾ ਕਾਗਦ ਫਾਰਿਆ ਜਮਦੂਤਾਂ ਕਛੂ ਨ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ। ਉਹਨਾਂ ਨੇ ਧਰਮ ਰਾਜਾ ਦਾ ਕਾਗਜ਼ ਜੋ ਸੀ, ਜੋ ਲੇਖੇ ਜੋਖੇ ਵਾਲਾ ਜੋ ਕਾਗਜ਼ ਸੀ, ਉਹਨਾਂ ਨੇ ਨਾਮ ਜਪ ਕਰਕੇ ਉਹਨਾਂ ਨੇ ਉਹ ਲੇਖਾ ਦੂਰ ਕਰ ਦਿੱਤਾ ਤੇ ਸਿੱਧੇ ਸੱਚਖੰਡ ਨੂੰ ਚਲੇ ਗਏ ਹਨ। ਆਓ ਪ੍ਰੇਮ ਦੇ ਨਾਲ ਪੜੋ। ਨਾਮ ਜਪ ਕੇ ਮੁਕਾ ਕੇ ਲੇਖਾ ਜਮਾਂਦਾ, ਸੰਤ ਚੱਲੇ ਸੱਚ ਖੰਡ ਨੂੰ। ਨਾਮ ਜਪ ਕੇ ਮੁਕਾ ਕੇ ਲੇਖਾ ਜਮਾਂਦਾ, ਸੰਤ ਚੱਲੇ ਸੱਚ ਖੰਡ ਨੂੰ। ਨਾਮ ਨਾਮ ਜਪ ਕੇ ਮੁਕਾ ਕੇ ਲੇਖਾ ਜਮਦਾ, ਸੰਤ ਚੱਲੇ ਸੱਚ ਖੰਡ ਨੂੰ। ਜਪ ਕੇ ਮੁਕਾ ਕੇ ਲੇਖਾ ਜਮਦਾ, ਸੰਤ ਚੱਲੇ ਸੱਚ ਖੰਡ ਨੂੰ। ਬਾਬਾ ਬਾਬਾ ਬਈ ਸੰਤ ਚੱਲੇ ਸੱਚ ਖੰਡ ਨੂੰ। ਬਾਬਾ ਬਾਬਾ ਬਈ ਸੰਤ ਗਏ ਸੱਚ ਖੰਡ ਨੂੰ। ਬਾਬਾ 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 ਬਈ ਸੰਤ ਗਏ ਸੱਚ ਖੰਡ ਨੂੰ। ਬਾਬਾ ਬਾਬਾ ਬਈ ਸੰਤ ਗਏ ਸੱਚ ਖੰਡ ਨੂੰ। ਬਾਬਾ ਨਾਮ ਜਪ ਕੇ ਮੁਕਾ ਕੇ ਲੇਖਾ ਜਮਦਾ, ਸੰਤ ਚੱਲੇ ਸੱਚ ਖੰਡ ਨੂੰ। ਜਪ ਕੇ ਮੁਕਾ ਕੇ ਲੇਖਾ ਜਮਦਾ, ਸੰਤ ਚੱਲੇ ਸੱਚ ਖੰਡ ਨੂੰ। ਨਾਮ ਸੰਗਤ ਸੱਚਖੰਡ ਦੇ ਵਿੱਚ ਉਹੀ ਪੁਰਸ਼ ਜਾ ਸਕਦਾ ਜਿਹਦੇ ਸਿਰ ਪਰ ਲੇਖੇ ਦਾ ਭਾਰ ਰਹਿ ਗਿਆ, ਤਾਂ ਸੱਚਖੰਡ ਜੋਗਾ ਨਹੀਂ, ਉਹ ਵੈਕੁੰਠ ਧਾਮ ਦੇ ਜੋਗਾ ਨਹੀਂ, ਉਹ ਲੇਖਾ ਦੇਣੇ ਵਿੱਚ ਰਹਿ ਜਾਂਦਾ ਹੈ। ਇਸੇ ਲਈ ਸੰਤ ਜਨ ਸਿਰਫ ਹੋਰ ਕਰਮਾਂ ਧਰਮਾਂ ਦੀ ਰੁਚੀ ਛੱਡ ਕੇ ਸਿਰਫ ਨਾਮ ਦਾ ਜਪ ਕਰਦੇ ਹਨ, ਸੁਨ ਮੰਡਲ ਵਿੱਚ ਨਾਮ ਦਾ ਪ੍ਰਕਾਸ਼ ਕਰਦੇ ਹਨ। ਇਸ ਕਰਕੇ ਉਹ ਸੱਚਖੰਡ ਪ੍ਰਵਾਨ ਨੇਪਰੇ ਚੜ੍ਹ ਜਾਂਦੇ ਹਨ। ਤੇ ਬਾਕੀ ਜਿਹੜੇ ਤੀਰਥਾਂ ਦੇ ਪਰਸਨ ਵਾਲੇ ਜਾਂ ਹੋਰ ਦੇਵੀ ਦੇਵਤਿਆਂ ਦੀ ਪੂਜਾ ਆਰਾਧਨਾ ਕਰਨ ਵਾਲੇ, ਹੋਰ ਅਨੇਕਾਂ ਪ੍ਰਕਾਰ ਦੀ ਪੂਜਾ ਪਾਠ ਕਰਨ ਵਾਲੇ, ਇਹ ਸਾਰੇ ਲੇਖੇ ਵਿੱਚ ਆਉਂਦੇ ਹਨ ਤੇ ਇਹਨਾਂ ਨੂੰ ਆਪਣੇ ਚੰਗੇ ਔਰ ਮਾੜੇ ਕਰਮਾਂ ਦਾ ਲੇਖਾ ਦੇਣਾ ਪੈਂਦਾ। ਇਸ ਕਰਕੇ ਤੀਰਥ ਪਰਸਨ ਵਾਲੇ ਵੀ, ਪੂਜਾ ਪਾਠ ਕਰਨ ਵਾਲੇ ਵੀ ਉਸੇ ਜਮ ਦੇ ਰਸਤੇ ਜਾਂਦੇ ਹਨ। ਪਰ ਹਾਂ, ਗੁਰੂ ਸਾਹਿਬ ਆਖਦੇ ਹਨ ਕਿ ਇਤਨਾ ਜ਼ਰੂਰ ਹੈ ਕਿ ਜੋ ਨਾਮ ਜਪਦਾ ਹੈ ਜਾਂ ਤੀਰਥ ਪਰਸਦਾ ਹੈ, ਦੇਵੀ ਦੇਵਤੇ ਦੀ ਪੂਜਾ ਕਰਦਾ ਹੈ, ਔਰ ਜੋ ਉਸਨੇ ਆਰਾਧਨ ਕੀਤਾ ਹੁੰਦਾ ਹੈ ਉਸ ਦੇ ਨਾਲ ਚੱਲਦਾ ਹੈ, ਉਹਦਾ ਆਰਾਧਨ ਪੂਜਨ ਜੋ ਹੁੰਦਾ ਉਹਦੀ ਰੱਖਿਆ ਕਰਦਾ ਹੈ ਜਮ ਲੋਕ ਦੇ ਉਸ ਰਸਤੇ ਦੇ ਵਿੱਚ। ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਪਰਮੇਸ਼ਰ ਨੂੰ ਨਹੀਂ ਆਰਾਧਿਆ, ਉਹਨਾਂ ਦੀ ਰੱਖਿਆ ਕਰਨ ਵਾਲਾ ਉੱਥੇ ਹੋਰ ਕੋਈ ਨਹੀਂ ਹੁੰਦਾ। ਹੁਣ ਜਿਸ ਵਕਤ ਇਹਦੇ ਪ੍ਰਾਣ ਸਰੀਰ ਦੇ ਵਿੱਚੋਂ ਨਿਕਲਦੇ ਹਨ, ਉਸ ਵਕਤ ਇਹਦਾ ਸਰੀਰ ਜੋ ਹੈ ਅੰਗੂਠੇ ਜਿੰਨਾ ਹੁੰਦਾ ਹੈ, ਇੱਕ ਅੰਗੂਠੇ ਭਰ ਜਿੰਨਾ। ਤੇ ਉਸ ਅੰਗੂਠੇ ਭਰ ਦੇ ਸਰੀਰ ਦੇ ਗਲ ਦੇ ਵਿੱਚ ਜਮ ਫਾਹੀ ਪਾ ਲੈਂਦੇ ਹਨ। ਫਾਹੀ ਪਾ ਕਰਕੇ ਇਸ ਨੂੰ ਕੁੱਟਦੇ ਹੋਏ, ਮਾਰਦੇ ਹੋਏ, ਜਿਹੋ ਜਿਹਾ ਕਿਸੇ ਨੇ ਕਰਮ ਕੀਤਾ ਹੁੰਦਾ ਹੈ, 4 ਕੜੀ ਜਾਂ 6 ਕੜੀ ਦੇ ਵਿੱਚ ਧਰਮ ਰਾਜਾ ਦੀ ਸਾਰੀ ਪੁਰੀ ਦਿਖਾਲ ਕੇ, ਸਾਰੇ ਨਰਕਾਂ ਨੂੰ ਦਿਖਾਲ ਕੇ ਮੁੜ ਕੇ ਫਿਰ ਇਸ ਧਰਤੀ ਦੇ ਉੱਤੇ ਲੈ ਆਉਂਦੇ ਹਨ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਜਿਸ ਵਕਤ ਮੁੜ ਕੇ ਫਿਰ ਇਸ ਧਰਤੀ 'ਤੇ ਆਉਂਦਾ ਹੈ ਅਤੇ ਆਪਣੇ ਮ੍ਰਿਤਕ ਸਰੀਰ ਨੂੰ ਦੇਖ ਕੇ ਉਹਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਮੈਂ ਉਹਦੇ ਵਿੱਚ ਪ੍ਰਵੇਸ਼ ਕਰ ਸਕਾਂ। ਪਰ ਜਮਾਂ ਇਸ ਨੂੰ ਬੰਨਿਆ ਹੁੰਦਾ, ਇਸ ਕਰਕੇ ਉਹਦੇ ਵਿੱਚ ਜਾ ਨਹੀਂ ਸਕਦਾ। ਫਿਰ ਇਹ ਪਿਆ ਵਿਲਕਦਾ ਤਾਹਾਂ ਮਾਰਦਾ ਹੈ। ਉਸ ਵਕਤ ਜਿਹੜਾ ਇਸ ਦੇ ਮਰਨ ਤੋਂ ਬਾਅਦ ਜੋ ਪਿੰਡ ਭਰਾਉਂਦੇ ਹਨ ਉਹ ਇਸ ਨੂੰ ਮਿਲਦੇ ਹਨ। ਪਹਿਲੇ ਦਿਨ ਦਾ ਪਿੰਡ ਜਿਸ ਦੇ ਨਾਲ ਇਹਦਾ ਸਿਰ ਬਣਦਾ ਹੈ, ਦੂਸਰੇ ਦਿਨ ਦਾ ਪਿੰਡ ਜੋ ਭਰਾਉਂਦੇ ਹਨ ਉਹਦੇ ਨਾਲ ਇਹਦੀ ਗਰਦਨ ਬਣਦੀ ਹੈ, ਤੀਸਰੇ ਦਿਨ ਦੇ ਪਿੰਡ ਦੇ ਨਾਲ ਇਹਦਾ ਹਿਰਦਾ ਬਣਦਾ ਹੈ, ਚੌਥੇ ਦਿਨ ਦੇ ਪਿੰਡ ਦੇ ਨਾਲ ਇਹਦੀ ਨਾਭੀ ਬਣਦੀ ਹੈ, ਪੰਜਵੇਂ ਦਿਨ ਦੇ ਪਿੰਡ ਦੇ ਨਾਲ ਇਹਦੀ ਪਿੱਠ ਬਣਦੀ ਹੈ ਅਤੇ ਛੇਵੇਂ ਪਿੰਡ ਦੇ ਨਾਲ ਇਹਦੀ ਕਮਰ ਬਣਦੀ ਹੈ, ਸੱਤਵੇਂ ਪਿੰਡ ਦੇ ਨਾਲ ਇਹਦੀ ਜੰਘਾ ਬਣਦੀ, ਅੱਠਵੇਂ ਪਿੰਡ ਦੇ ਨਾਲ ਇਹਦੀਆਂ ਲੱਤਾਂ ਬਣਦੀਆਂ, ਪੈਰ ਬਣਦੇ, ਨੌਵੇਂ ਪਿੰਡ ਦੇ ਨਾਲ ਇਹਦੇ ਨਹੁੰ ਉੱਤੇ ਰੋਮ ਬਣਦੇ ਹਨ, ਦਸਵੇਂ ਪਿੰਡ ਦੇ ਨਾਲ ਇਹਦੀ ਪੁਖਤਰੇ ਮਿਟਣ ਵਾਲੀ ਸ਼ਕਤੀ ਜਿਹੜੀ ਹੈ ਇਹਨੂੰ ਪ੍ਰਾਪਤ ਹੋ ਜਾਂਦੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਇਹ ਪ੍ਰੇਤ ਪਿੰਡੀ ਸਰੀਰ ਹੁੰਦਾ ਹੈ, ਪਿੰਡਾਂ ਤੋਂ ਬਣਿਆ ਜੋ ਇਹਦਾ ਸਰੀਰ ਹੁੰਦਾ ਹੈ, ਇਹਦਾ ਸਰੀਰ ਹੁਣ ਹੱਥ ਭਰਦਾ ਹੁੰਦਾ ਹੈ, ਅੰਗੂਠੇ ਭਰਦਾ ਨਹੀਂ। ਉਹ ਅੰਗੂਠੇ ਭਰਦਾ ਸਰੀਰ ਜੋ ਹੈ ਉਹ ਵਿਣਸ ਜਾਂਦਾ ਹੈ ਅਤੇ ਪਿੰਡਾਂ ਦਾ ਇਹਦਾ ਸਰੀਰ ਜਿਹੜਾ ਹੈ ਉਹ ਬਣਦਾ ਹੈ, ਜਿਹੜਾ ਕਿ ਇੱਕ ਹੱਥ ਭਰਦਾ ਹੋਇਆ ਕਰਦਾ ਹੈ। ਫਿਰ ਹੁਣ 11ਵੇਂ ਦਿਨ ਉਹਨਾਂ ਪਿੰਡਾਂ ਨੂੰ ਖਾ ਕੇ 12ਵੇਂ ਦਿਨ ਉੱਥੇ ਰਹਿੰਦਾ, 13ਵੇਂ ਦਿਨ ਇਹਦੀ ਯਾਤਰਾ ਜਿਹੜੀ ਹੈ ਉੱਥੋਂ ਆਰੰਭ ਹੋਇਆ ਕਰਦੀ ਹੈ। 13ਵੇਂ ਦਿਨ ਚੱਲਦਾ ਹੈ। ਸਮੇਰ ਪਰਬਤ ਤੋਂ 99 ਯੋਜਨ ਦੱਖਣ ਦੀ ਤਰਫ ਇੱਕ ਸਿਆਮਣੀ ਨਾਮ ਦੀ ਪੁਰੀ ਹੈ, ਯਾਨੀ 396 ਮੀਲ ਦੀ ਵਿੱਥ 'ਤੇ ਸਮੇਰ ਪਰਬਤ ਤੋਂ ਦੱਖਣ ਵਾਲੇ ਪਾਸੇ ਸਿਆਮਣੀ ਨਾਮ ਦੀ ਪੁਰੀ ਹੈ, ਜਿਹਦੇ 4 ਦਰਵਾਜ਼ੇ ਹਨ। ਇੱਕ ਉੱਤਰ ਵੱਲ, ਦੂਸਰਾ ਪੂਰਬ ਵੱਲ, ਦੱਖਣ ਵੱਲ ਅਤੇ ਪੱਛਮ ਵੱਲ। 3 ਦਰਵਾਜ਼ੇ ਜਿਹੜੇ ਹਨ ਉਹਨਾਂ ਦੇ ਰਸਤੇ ਗਏ ਹੋਏ ਜੀਵ ਸੁਰਗ ਨੂੰ ਜਾਂਦੇ ਹਨ। ਚੌਥਾ ਜੋ ਦੱਖਣ ਵਾਲੇ ਪਾਸੇ ਦਾ ਦਰਵਾਜ਼ਾ ਹੈ ਉਹਦੇ ਵਿੱਚੋਂ ਦੀ ਲੰਘਿਆ ਹੋਇਆ ਜੀਵ ਸਿੱਧਾ ਨਰਕਾਂ ਨੂੰ ਜਾਂਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਧਿਆਨ ਰੱਖਣਾ ਕਿ ਨਰਕਾਂ ਦੇ ਵਿੱਚ ਜੀਵ ਨੂੰ ਦੁੱਖ ਦਿੱਤਾ ਜਾਂਦਾ ਹੈ, ਅੱਗ ਦੇ ਵਿੱਚ ਵੀ ਸੁੱਟਿਆ ਜਾਂਦਾ ਹੈ, ਪਰ ਫਿਰ ਵੀ ਮਰਦਾ ਨਹੀਂ। ਉਹ ਕਿਵੇਂ? ਉਹ ਇਸ ਤਰ੍ਹਾਂ ਨਾਲ ਜਾਣ ਲਓ ਜਿਵੇਂ ਕੋਈ ਪੁਰਸ਼ ਰਾਤ ਨੂੰ ਸੌਂਦਾ ਹੈ, ਬਿਸਤਰ 'ਤੇ ਲੇਟਿਆ ਹੁੰਦਾ ਹੈ, ਉਹਨੂੰ ਸੁਪਨਾ ਆਉਂਦਾ ਹੈ। ਸੁਪਨੇ ਦੇ ਵਿੱਚ ਕੀ ਵੇਖਦਾ ਹੈ ਕਿ ਬੜਾ ਭਾਰੀ ਪਹਾੜ ਹੈ ਜਿਹਦੇ ਉੱਤੇ ਉਹ ਚੜ੍ਹਿਆ ਹੋਇਆ, ਉਸ ਪਹਾੜ ਤੋਂ ਹੇਠਾਂ ਡਿੱਗ ਪੈਂਦਾ ਹੈ। ਜਿਸ ਵਕਤ ਉਹ ਹੇਠਾਂ ਡਿੱਗਦਾ ਹੈ ਉਸ ਵਕਤ ਉਹਦੀ ਚੀਕ ਚਿਹਾੜ ਨਿਕਲ ਜਾਂਦੀ, ਬੜਾ ਦੁਖੀ ਹੁੰਦਾ ਹੈ, ਬੜਾ ਦਰਦ ਮਹਿਸੂਸ ਕਰਦਾ ਹੈ। ਜਿੰਨਾ ਦੁੱਖ ਉਹਨੂੰ ਹੁੰਦਾ ਉਹੀ ਜਾਣਦਾ ਹੈ। ਹੁੰਦਾ ਸੁੱਤਾ ਬਿਸਤਰ 'ਤੇ ਲੇਟਿਆ, ਪਰ ਸੁਪਨੇ ਦੇ ਵਿੱਚ ਉਹ ਦੁੱਖ ਭੋਗ ਰਿਹਾ ਹੁੰਦਾ ਹੈ। ਅਤੇ ਸਾਧ ਸੰਗਤ ਜਿਸ ਵੇਲੇ ਉਹ ਡਿੱਗਦਾ ਹੈ ਨਾ, ਚੀਕਾਂ ਮਾਰਦਾ, ਉਸ ਵਕਤ ਉਹਨੂੰ ਜਾਗ ਆ ਜਾਂਦੀ। ਹੁਣ ਐਡੇ ਉੱਚੇ ਪਹਾੜ ਤੋਂ ਡਿੱਗਿਆ ਮਰਿਆ ਫਿਰ ਵੀ ਨਹੀਂ। ਇਸੇ ਤਰ੍ਹਾਂ ਨਾਲ ਜਾਣ ਲਓ ਕਿ ਨਰਕਾਂ ਦੇ ਵਿੱਚ ਦੁੱਖ ਦਿੱਤਾ ਜਾਂਦਾ ਹੈ ਅਤੇ ਜੀਵ ਜਿਹੜਾ ਮਰਦਾ ਨਹੀਂ ਹੈ। ਜਿਵੇਂ ਸੁਪਨੇ ਦੇ ਵਿੱਚ ਕਿਸੇ ਨੂੰ ਸ਼ਾਸਤਰ ਦੇ ਨਾਲ ਕੋਈ ਕੱਟ ਦੇਵੇ, ਅੰਗ ਅੰਗੂ ਦਾ ਕੱਟ ਦੇਵੇ, ਤਦ ਵੀ ਪੁਰਸ਼ ਜਿਹੜਾ ਜੀਵਤ ਰਹਿੰਦਾ ਹੈ। ਯਾਨੀ ਇਸੇ ਤਰ੍ਹਾਂ ਨਾਲ ਸੁਪਨੇ ਦੇ ਪੁਰਸ਼ ਦੀ ਨਿਆਈ ਇਹ ਸਮਝ ਲੈਣਾ ਕਿ ਨਰਕਾਂ ਦੇ ਫਲ ਨੂੰ ਇਹ ਜੀਵ ਜਿਹੜਾ ਹੈ ਭੋਗਦਾ ਹੈ, ਉੱਥੇ ਮਰਦਾ ਨਹੀਂ, ਸਿਰਫ ਕਸ਼ਟ ਦਿੱਤੇ ਜਾਂਦੇ ਹਨ। ਖੈਰ ਫਿਰ ਉਸ ਤੋਂ ਅੱਗੇ ਆਪਣਾ 13ਵੇਂ ਦਿਨ ਦੀ ਜਿਹੜੀ ਯਾਤਰਾ ਹੈ ਉਹ ਆਰੰਭ ਹੁੰਦੀ ਹੈ। 16 ਨਗਰ ਆਉਂਦੇ ਹਨ ਰਸਤੇ ਦੇ ਵਿੱਚ। ਸੋਮਪੁਰ, ਸੌਰੀਪੁਰ, ਨਗੇਂਦਰ ਭਵਨ, ਗੰਧਰਵ, ਸ਼ੈਲਾਗਮ, ਕਰੋਚ, ਸੂਰਜਪੁਰ, ਬਚਿੱਤਰ ਭਵਨ, ਬਹਿਵਾਪਦ, ਦਕਸ਼ਪੁਰ ਅਤੇ 9ਵਾਂ ਨਾਨਾ ਕਰੁੰਦਪੁਰ ਅਤੇ ਸੁਤਪਦ ਭਵਨ, ਰੌਂਦਰਪੁਰ, ਯਯੋ ਵਰਖਣ, ਸੀਤਾਂਡਿਆ ਅਤੇ ਬਹੁਪੀਤ। ਇਹ 16 ਨਗਰ ਹਨ। ਇਹਨਾਂ 16 ਨਗਰਾਂ ਦੇ ਵਿੱਚੋਂ ਦੀ ਲੰਘ ਕੇ ਧਰਮਰਾਜਾ ਦੀ ਪੁਰੀ ਨੂੰ ਜਾਂਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। 13ਵੇਂ ਦਿਨ ਆਪਣੀ ਯਾਤਰਾ ਆਰੰਭ ਕਰਦਾ ਹੈ ਅਤੇ ਉੱਥੋਂ ਚੱਲ ਕੇ 18ਵੇਂ ਦਿਨ ਇਹ ਪਹਿਲੇ ਸੋਮਪੁਰ ਦੇ ਵਿੱਚ ਪਹੁੰਚਦਾ ਹੈ, ਜਿੱਥੇ ਬਹੁਤ ਵੱਡਾ ਪ੍ਰੇਤਾਂ ਦਾ ਅੱਡਾ ਹੈ, ਜਿੱਥੇ ਇੱਕ ਬੋਹੜ ਦਾ ਦਰਖਤ ਵੀ ਹੈ ਅਤੇ ਪੁਸ਼ਪ ਭਦਰਾ ਨਾਮ ਦੀ ਨਦੀ ਵਗਦੀ ਹੈ। ਸਾਧ ਸੰਗਤ ਦੇ ਵਚਨ ਸੱਚ ਹਨ। ਗੁਰੂ ਸਾਹਿਬ ਜੀ ਨੇ ਵਾਰ-ਵਾਰ ਗੁਰਬਾਣੀ ਦੇ ਵਿੱਚ
ਆਪਣੇ ਦੱਸਿਆ ਹੈ ਕਿ ਇਹ ਨਰਕ ਹਨ, ਝੂਠ ਨਹੀਂ। ਜੇ ਕੋਈ ਬੰਦਾ ਕਹੇ ਕਿ ਝੂਠ ਹੈ, ਝੂਠ ਨਹੀਂ, ਇਹ ਸੱਤ ਹੈ। ਅੱਗੇ ਪ੍ਰਮਾਣ ਗੁਰਬਾਣੀ ਦਾ ਦਿੱਤਾ ਜਾਵੇਗਾ। ਉਸ ਤੋਂ ਬਾਅਦ ਜਿਸ ਵਕਤ ਆਪਣਾ 18ਵੇਂ ਦਿਨ ਉਸ ਥਾਂ 'ਤੇ ਪੁੱਜਦਾ ਹੈ ਅਤੇ ਉੱਥੇ ਇਹਨੂੰ ਜੋ ਬਾਅਦ ਵਿੱਚ ਪਿੰਡ ਦਾਨ ਕਰਦੇ ਹਨ ਉਹ ਇਹਨੂੰ ਖਿਲਾਇਆ ਜਾਂਦਾ ਹੈ। ਉਸ ਨੂੰ ਖਾ ਪੀ ਕਰਕੇ ਫਿਰ ਇਹ ਉਸ ਤੋਂ ਅੱਗੇ ਚੱਲਦਾ ਹੈ। ਫਿਰ ਤਹਾਂ ਮਾਰਦਾ ਹੈ, ਰੋਂਦਾ ਹੈ, ਕੁਰਲਾਉਂਦਾ ਹੈ, ਆਪਣੇ ਪਿਛਲਿਆਂ ਨੂੰ ਯਾਦ ਕਰਦਾ ਹੈ ਕਿ ਮੇਰੀ ਇੱਥੇ ਰੱਖਿਆ ਕਰਨ ਵਾਸਤੇ ਹੁਣ ਇਸ ਵਕਤ ਹੈ ਕੋਈ ਨਹੀਂ। ਮੈਂ ਜਿਨ੍ਹਾਂ ਦੇ ਲਈ ਕਮਾਇਆ ਸੀ ਇਸ ਵਕਤ ਮੇਰੇ ਨਾਲ ਕੋਈ ਵੀ ਨਹੀਂ ਹੈ। ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਬਡਹੰਸ ਰਾਗ ਦੇ ਵਿੱਚ ਫਰਮਾਨ ਕਰਦੇ ਹਨ, ਜਬ ਮਾਰਗ ਪੰਥ ਨ ਸੁਝਈ ਉਜੜ ਅੰਧ ਗਵਾਰੋ ਵਾ, ਨਾ ਜਲ ਲੇਫ ਤਲਾਈਆਂ ਨਾ ਭੋਜਨ ਪ੍ਰਕਾਰੋ ਵਾ। ਨਾ ਉੱਤੇ ਲੇਫ ਹੈ, ਨਾ ਤਲਾਈ ਹੈ, ਨਾ ਭੋਜਨ, ਨਾ ਠੰਡਾ ਪਾਣੀ ਉੱਥੇ ਮਿਲਦਾ ਹੈ। ਭੋਜਨ ਪਾਓ ਨਾ ਠੰਡਾ ਪਾਣੀ, ਨਾ ਕਾਪੜ ਸਿੰਗਾਰੋ। ਗੁਰੂ ਸਾਹਿਬ ਜੀ ਆਖਦੇ ਨੇ ਕਿ ਭੋਜਨ ਪਾਓ ਠੰਡਾ ਪਾਣੀ ਅਤੇ ਨਾ ਹੀ ਕੋਈ ਕੱਪੜਾ ਪਹਿਨਣ ਵਾਸਤੇ ਉੱਥੇ ਆਉਂਦਾ ਹੈ। ਗਲ ਸੰਗਲ ਸਿਰ ਮਾਰੇ ਉਭੋ ਨਾ ਦੀਸੈ ਘਰ ਬਾਹਰੋ। ਗਲ ਦੇ ਵਿੱਚ ਸੰਗਲ ਪਿਆ ਹੁੰਦਾ ਹੈ, ਉੱਤੋਂ ਦੀ ਜੰਮ ਖੜੋ ਕੇ ਇਸ ਨੂੰ ਮਾਰਦੇ ਹਨ ਅਤੇ ਇਹਨੂੰ ਫਿਰ ਘਰ-ਬਾਰ ਵੀ ਆਪਣਾ ਕੋਈ ਦਿਸਦਾ ਨਹੀਂ ਹੈ। ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ। ਫਿਰ ਜੰਮਾਂ ਨੂੰ ਆਖਦਾ ਹੈ ਕਿ ਮੈਨੂੰ ਕੁਛ ਚਿਰ ਵਾਸਤੇ ਛੱਡ ਦੇਵੋ, ਮੈਂ ਕੋਈ ਧਰਮ ਪੁੰਨ ਕਰ ਲਵਾਂ ਅਤੇ ਫਿਰ ਤੁਹਾਨੂੰ ਉਹ ਦੇ ਦੇਵਾਂਗਾ। ਉਹ ਜੰਮ ਆਖਦੇ ਹਨ ਤੂੰ ਸਾਰੀ ਉਮਰਾਂ ਪਰ ਕੁਛ ਨਹੀਂ ਕੀਤਾ ਅਤੇ ਹੁਣ ਕੀ ਕਰੇਂਗਾ, ਹੁਣ ਦੇ ਬੀਜ ਬੀਜੇ ਹੋਏ ਨਹੀਂ ਜੰਮਣਗੇ। ਇਸ ਲਈ ਗੁਰੂ ਸਾਹਿਬ ਜੀ ਆਖਦੇ ਹਨ ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ। ਬਿਨ ਸਾਚੇ ਕੋ ਵੇਲੀ ਨਾਹੀ ਸਾਚਾ ਇਹੋ ਵਿਚਾਰੋ। ਇਹ ਗੁਰੂ ਸਾਹਿਬ ਜੀ ਦੇ ਮਹਾਂਵਾਕ ਹਨ ਕਿ ਉਸ ਵਕਤ ਇਹ ਤਾਂ ਮਾਰਦਾ ਹੈ, ਫਿਰ ਰੋਂਦਾ ਹੈ। ਉਹ ਬੜਾ ਅੰਧ ਗੁਵਾਰ ਜਿਹੜਾ ਹੈਗਾ ਉਹ ਸਾਧ ਸੰਗਤ ਹੈ। ਨਾਲੇ ਰੋਵੇਂਗਾ ਤੇ ਰੋ ਰੋ ਤਾਹਾਂ ਮਾਰੇਗਾ, ਬਖਤ ਬਿਹਾ ਗਏ ਨੋ। ਰੋਂਦਾ ਏ ਤੇ ਰੋ ਰੋ ਤਾਹਾਂ ਮਾਰਦਾ, ਬਖਤ ਬਿਹਾ ਗਏ ਨੋ। ਨਾਲੇ ਰੋਂਦਾ ਏ ਤੇ ਰੋ ਰੋ ਤਾਹਾਂ ਮਾਰਦਾ, ਭਗਤ ਬਿਹਾ ਗਏ ਨੋ। ਰੋਂਦਾ ਏ ਤੇ ਰੋ ਰੋ ਤਾਹਾਂ ਮਾਰਦਾ, ਭਗਤ ਬਿਹਾ ਗਏ ਨੋ। ਨਾਲੇ ਵਕਤ ਬਿਹਾ ਗਏ ਨੋ, ਵਕਤ ਬਿਹਾ ਗਏ ਨੋ। ਵਕਤ ਬਿਹਾ ਗਏ ਨੋ, ਵਕਤ ਬਿਹਾ ਗਏ ਨੋ। ਨਾਲੇ ਰੋਂਦਾ ਏ ਤੇ ਰੋ ਰੋ ਤਾਹਾਂ ਮਾਰਦਾ, ਵਕਤ ਬਿਹਾ ਗਏ ਨੋ। ਰੋਂਦਾ ਏ ਤੇ ਰੋ ਰੋ ਤਾਹਾਂ ਮਾਰਦਾ, ਵਕਤ ਬਿਹਾ ਗਏ ਨੋ। ਨਾਲੇ ਹਾਂਜੀ ਸਾਧ ਸੰਗਤ, ਫਿਰ ਇਹ ਜਿਹੜਾ ਪਿੰਡ ਭਰਾਉਂਦੇ ਹਨ ਉਹ ਵੀ ਇਸ ਨੂੰ ਪੂਰਾ ਨਹੀਂ ਮਿਲਦਾ। ਉਹਦੇ ਵਿੱਚੋਂ ਆਪਣੇ 4 ਹਿੱਸੇ ਕੀਤੇ ਜਾਂਦੇ ਹਨ। 2 ਹਿੱਸੇ 5 ਮਹਾਭੂਤ ਧਰਤੀ, ਅਗਨੀ, ਹਵਾ, ਆਕਾਸ਼, ਜਲ, ਇਹ 5 ਲੈ ਲੈਂਦੇ ਹਨ ਅਤੇ 1 ਹਿੱਸਾ ਇਹਦਾ ਜੰਮ ਖਾ ਜਾਂਦੇ ਨੇ ਅਤੇ 1 ਹਿੱਸਾ ਇਹਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਕਿਹਾ ਹੈ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜੰਮ ਜਗਾਤੀ ਲੁੱਟੈ। ਉਹਨੂੰ ਜੰਮ ਲੁੱਟ ਲੈਂਦੇ ਹਨ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਮੈਂ ਸਿਰਫ ਨਾਮ ਦੀ ਪੱਤਲ, ਨਾਮ ਦਾ ਕਿਰਿਆ, ਨਾਮ ਦਾ ਦੀਵਾ ਅਤੇ ਨਾਮ ਦੀ ਜੋਤ ਜਗਾਣਾ ਵਾਂ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ,
उन चानन ओ सोखिया चूका जम स्यो मेल, लोकां मत को फकड़ पाए, लख मड़िया कर एकटे एकर तीले पाए रहो। पिंड पत्तल मेरी केसो करिया, सच नाम करतार, इत्थै उत्थै आगे पाशै एहो मेरा आधार। गंग बनारस शिव तुम्हारी, नहावै आत्म राओ, सच्चा नावण तांथिया जा गुर का शब्द कमाओ। एक ब्राह्मण होर शमश्री, ब्राह्मण बट पिंड खाए, नानक पिंड बख्शीस का कबो नकूट सनाहे। यानी सच्चा पिंड जिहड़ा है वह नाम दा है। चाहे पुरुष नाम जप के अपने पितरां नूं दान करे तो साध संगत वो भी कीता होया जपिया होया उन्होंने पिंड बन के ही उसनूं मिलता है। गज की आखो सतनाम श्री वाहिगुरू। यानी इस तरह उसकी पोखतरे मिटती है। फिर सोमपुर तो अगे रवाना होंदा है सौरीपुर नूं, जिथे जंगम नाम का एक राजा रहिंदा है, तो जिथे बड़े घने दरख्त हैं अपने जिन्हों अस्पत्र बन कहिंदा है। 2000 योजन यानी 4000 मील का एक घना जंगल आउंदा है, जिस दे विचों दी नूं लंघना पैंदा है। तलवार दी न्याई तिखे धार वाले पत्ते होंदे हन, विच उन्हां दे जहर होंदी है। ये गुरबाणी दे विच भी महावाक हन। बेमल नदी गुरु साहब जी गुरबाणी विच जिक्र करते हैं। आगे बेमल नदी बिख झेला, बिख झेला बिख का अर्थ जहर है, झेले का अर्थ बन है कि अगे आगे बेमल नदी बिख झेला, तिथे आवर ना कोई जीओ अकेला। उत्थे होर कोई नहीं हुंदा, ये जीव आत्मा जड़ा पुरुष जड़ा कला हुंदा है। पड़ पड़ अग्न सागर दे लहरी, पड़ दज्जै मन मुगताई है। उत्थे अग्नि जड़ी है वो पड़ पड़ करके बल रही है, जिसका विस्तार जड़ा है वो 10,000 योजन का है। एक योजन 4 मील का होंदा है, इस करके 40,000 मील दे विचों अग्नि पड़ पड़ करके बल रही है। गुरबाणी दे महावाक अनुसार संगत किते बाहरों नहीं। आगे बेमल नदी दिख झेला, तिथे आवर न कोई जियो अकेला। पड़ पड़ अग्न सागर दे लहरी, पड़ दज्जै मन मुगताई है। उस अस्पत्र बन नूं ये लंघदा है सौरपुर तो होके, फिर नगेंद्र भवन पुजदा है। नगेंद्र भवन पुज करके उत्थे फिर अपने पिछले अपने पुत्रां दे वलों दिता होया दान ਜਾਂ ਪਿੰਡ जो भी ਹੁੰਦਾ उसनों खा के गुजारा करता है। फिर उस तो अगे गंधारापुर ਨੂੰ ਜਾਂਦਾ है, उत्थे फिर दिता होया पिंड खांदा है। फिर करौंचपुर ਨੂੰ रवाना होंदा है, उत्थे फिर दान दिता होया पिंड खा के। फिर उस तो बाद सूरजपुर ਨੂੰ तुरदा है। सूरजपुर जाके 5.5 महीने पुजदा है। उत्थे पुज करके ये छमाही का पिंड जड़ा है जो भराउंदे हैं उसनूं खांदा है ते घड़े का पानी पी के गुजारा करता है। ते साध संगत उस वक्त फिर रोंदा बिलकदा तहां मारदा है। ते जम दे दूत जड़े हैं वो आखदे हैं कि भाई जिस वक्त तैनूं मनुखा शरीर मिलिया सी उस वक्त तै कोई शुभ कर्म नहीं किया। निके निके बाल भी जानते सन धर्म राजा का नाम, क्या तै बड़े विद्वानों के कोलों नहीं सुनिया? क्या तै परलोक का रास्ता कभी सुनिया नहीं सी कि अगे जाके मैनू लेखा देना पैना है? उस वक्त तै सुन के अणसुन करके तै कोई चंगा कर्म नहीं किया, ते हुण अपने कीते कर्मां दा फल भोग लै। गुरबाणी बार बार पुकार के आख रही है, फरीदा 4 गवाया हंड कै, 4 गवाया सम, लेखा रब मंगेसिया, तू आयो केड़े कम। नानक आखै रे मना सुनिया सिख सही, लेखा रब मंगेसिया बैठा कढ़ वही। तलवा पौसन आकियां बाकी जिन्ना रही, अजरा ईल फरेस्ता होसी आए तई। आमन जान सुझी पीड़ी गली फही, कूड़ निखुट्टे नानका ओढ़क सच रही। आओ प्रेम नाल पढ़ लो। लेखा मंगेगा तारा माराए बाणिया, निमाणी तेरी जिंदड़ी तो। मंगेगा तारा माराए बाणिया, निमाणी तेरी जिंदड़ी तो। लेखा लेखा मंगेगा तारा माराए बाणिया, ने माणी तेरी
ਰਾਏ ਬਾਣੀਆਂ ਨੇ ਮਾਣੀ ਤੇਰੀ ਜਿੰਦੜੀ ਤੋਂ ਲੇਖਾ ਨੀ ਮਾਣੀ ਤੇਰੀ ਜਿੰਦੜੀ ਤੋਂ ਨੇ 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 ਲੇਖਾ ਮੰਗੇਗਾ ਧਰਮ ਰਾਏ ਬਾਣੀਆਂ ਨੇ ਮਾਣੀ ਤੇਰੀ ਜਿੰਦੜੀ ਤੋਂ ਮੰਗੇਗਾ ਧਰਮ ਰਾਏ ਬਾਣੀਆਂ ਨੇ ਮਾਣੀ ਤੇਰੀ ਜਿੰਦੜੀ ਤੋਂ ਇਸ ਤਰ੍ਹਾਂ ਨਾਲ ਇਹ ਜੋ ਸਾਰਾ ਰਸਤਾ ਜਿੰਨਾ ਵੀ ਪਰਲੋਕ ਦਾ ਰਸਤਾ ਹੈ ਇਹ 86,000 ਯੋਜਨ ਲੰਬਾ ਗਰੁੜ ਪੁਰਾਣ ਦੇ ਵਿੱਚ ਲਿਖਿਆ ਹੈ। ਯਾਨੀ 86,000 ਯੋਜਨ ਮੀਲ ਬਣਾਈਏ ਤਾਂ 3,44,000 ਮੀਲ ਬਣ ਜਾਂਦੇ ਹਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। 3,44,000 ਮੀਲ ਦਾ ਜਿਹੜਾ ਰਸਤਾ ਹੈ ਉਹ ਇਸ ਨੇ ਤੈਅ ਕਰਨਾ ਹੁੰਦਾ ਹੈ, ਜਿਸ ਦੇ ਵਿੱਚ ਅਨੇਕਾਂ ਪ੍ਰਕਾਰ ਦਾ ਨਰਕ ਜਿਹੜਾ ਹੈ ਉਹ ਇਸ ਨੂੰ ਮਿਲਦਾ ਹੈ। ਅਨੇਕਾਂ ਪ੍ਰਕਾਰ ਦੇ ਘਾਤਕ ਜੀਵ ਇਸ ਨੂੰ ਮਿਲਦੇ ਹਨ ਜਿਹੜੇ ਕਿ ਇਸ ਨੂੰ ਨੋਚਦੇ ਹਨ, ਇਸ ਦੇ ਸਰੀਰ ਨੂੰ ਕੱਟਦੇ ਹਨ ਅਤੇ ਇਸ ਨੂੰ ਖਾਂਦੇ ਇਹਨੂੰ ਦੁੱਖ ਦਿੰਦੇ ਹਨ। ਖੈਰ ਉਸ ਤੋਂ ਅੱਗੇ ਫਿਰ ਸੂਰਜਪੁਰ ਜਾ ਕੇ 5.5 ਮਹੀਨੇ ਦੇ ਵਿੱਚ ਪਹੁੰਚ ਜਾਂਦਾ ਹੈ ਅਤੇ ਉਸ ਤੋਂ ਅੱਗੇ ਪੁੱਜਦਾ ਹੈ ਬਚਿੱਤਰ ਭਵਨ ਦੇ ਵਿੱਚ, ਜਿੱਥੇ ਧਰਮ ਰਾਜਾ ਦਾ ਛੋਟਾ ਭਰਾ ਬਚਿੱਤਰ ਨਾਮ ਦਾ ਰਾਜਾ ਰਹਿੰਦਾ ਹੈ। ਉਹਦਾ ਦਾ ਸਰੂਪ ਧਰਮ ਰਾਜਾ ਵਰਗਾ ਹੈ। ਫਿਰ ਸਾਧ ਸੰਗਤ ਉੱਥੇ ਕੁਝ ਚਿਰ ਵਿਸ਼ਰਾਮ ਕਰਕੇ ਆਪਣਾ ਸ਼ਮਾਹੀ ਦੇ ਪਿੰਡ ਨੂੰ ਖਾ ਕੇ ਫਿਰ ਅੱਗੇ ਚੱਲਦਾ ਹੈ। ਉਸ ਤੋਂ ਅੱਗੇ ਆਉਂਦਾ ਹੈ ਬਾਵਾ ਪਦ। ਉਸ ਥਾਂ 'ਤੇ ਫਿਰ ਇਹ ਆਪਣਾ ਦਾਨ ਪਿੰਡ ਜੋ ਵੀ ਕੀਤਾ ਹੁੰਦਾ ਪਿਛਲਿਆਂ ਨੇ ਉਸ ਨੂੰ ਖਾ ਕੇ ਫਿਰ ਅੱਗੇ ਚੱਲਦਾ। ਅੱਗੇ ਆਉਂਦਾ ਦਕਸ਼ਪੁਰ ਅਤੇ ਦਕਸ਼ਪੁਰ ਪਹੁੰਚ ਕਰਕੇ ਫਿਰ ਇਹਦਾ ਰਸਤਾ ਜਿਹੜਾ ਹੈਗਾ ਉਹ ਆਕਾਸ਼ ਦਾ ਸ਼ੁਰੂ ਹੋ ਜਾਂਦਾ ਹੈ। ਰਸਤੇ ਵਿੱਚ ਆਉਂਦੀ ਹੈ ਬੈਤਰਣੀ ਨਦੀ, ਜਿਹੜੀ 100 ਯੋਜਨ ਦੀ ਯਾਨੀ 400 ਮੀਲ ਚੌੜੀ ਹੈ, ਜਿਸ ਦੇ ਕੰਢੇ ਜੋ ਹਨ ਹੱਡੀਆਂ ਦੇ ਬਣੇ ਹੋਏ ਹਨ, ਜਿਸ ਦੇ ਵਿੱਚ ਲੋਹੂ ਪਾਕ ਰਗਤ ਮੇਜੇ ਚਰਬੀ ਬਾਲ ਵਗੈਰਾ ਹੋਰ ਜਿੰਨਾ ਕੁਛ ਵੀ ਗੰਦ ਦੁਨੀਆ ਦਾ ਲੈ ਲਈਏ ਉਸ ਦੇ ਵਿੱਚ ਹੋਇਆ ਕਰਦਾ ਹੈ। ਉਸ ਦੇ ਵਿੱਚ ਕਿਤਨੇ ਘਾਤਕ ਜੀਵ ਹਨ, ਜਿਵੇਂ ਬਿੱਛੂ ਹਨ, ਸਰਪ ਹਨ, ਠੂਏ ਵਗੈਰਾ ਹੋਰ ਕਈ ਕੁਝ, ਯਾਨੀ ਸਭ ਕੁਝ ਉਹਦੇ ਵਿੱਚ ਰਹਿੰਦਾ ਹੈ। ਲੰਬੀਆਂ ਚੁੰਝਾਂ ਵਾਲੇ ਪੰਛੀ ਜਿਹੜੇ ਕਿ ਉੱਤੋਂ ਆਕਾਸ਼ ਦੇ ਉੱਤੋਂ ਇਹਦੇ ਉੱਤੇ ਵਾਰ ਕਰਦੇ ਹਨ, ਗਿਰਜਾਂ ਵੀ ਇਹਦੇ ਮਾਸ ਨੂੰ ਉੱਥੇ ਨੋਚਦੀਆਂ ਹਨ। ਇਸ ਤਰ੍ਹਾਂ ਪੁਰਾਣਾਂ ਦੇ ਵਿੱਚ ਲਿਖਿਆ। ਅਤੇ ਜਿਸ ਵਕਤ ਉੱਥੇ ਪਹੁੰਚਦਾ ਹੈ ਅਤੇ ਉਹ ਨਦੀ ਜਿਹੜੀ ਪੜ ਕਰਕੇ ਉਛਲ ਰਹੀ ਹੈ, ਪੜ ਅਗਨ ਸਾਗਰ ਦੇ ਲਹਿਰੀ ਪੜ ਦੱਜੈ ਮਨਮੁਖ ਤਾਈ ਹੈ, ਉਸ ਨਦੀ ਵੱਲ ਵੇਖ ਕੇ ਇਹਦੀਆਂ ਤਾਹਾਂ ਨਿਕਲਦੀਆਂ ਹੈ। ਇਹ ਰੋਂਦਾ ਹੈ, ਪੁਕਾਰਦਾ ਹੈ ਕਿ ਹੁਣ ਮੈਂ ਕੀ ਕਰਾਂ। ਉਸ ਵਕਤ ਉੱਥੇ ਬੇੜੀ ਆਉਂਦੀ ਹੈ ਅਤੇ ਉਹ ਕਹਿੰਦੇ ਹਨ ਜਿਹੜੇ ਕਿ ਇਹਨੂੰ ਆਪਣਾ ਬੈਤਰਣੀ ਨਦੀ ਤੋਂ ਪਾਰ ਲਾਉਣ ਵਾਲੇ ਮਲਾਹ ਹਨ, ਆਖਦੇ ਹਨ ਕਿ ਜੇਕਰ ਤੂੰ ਕੋਈ ਗਊ ਦਾਨ ਕੀਤੀ ਹੈ, ਜਾਂ ਤੂੰ ਸਤਸੰਗ ਕੀਤਾ ਹੈ, ਜਾਂ ਤੂੰ ਨਾਮ ਜਪਿਆ ਹੈ, ਤਾਂ ਉਹਦਾ ਪੁੰਨ ਕਰਮ ਸਾਨੂੰ ਦੇ, ਅਸੀਂ ਤੈਨੂੰ ਪਾਰ ਲਾ ਦਿੰਦੇ ਹਾਂ। ਪਰ ਸਾਧ ਸੰਗਤ ਉੱਥੇ ਇਹਨੇ ਕੀ ਕੀਤਾ ਹੁੰਦਾ ਹੈ, ਕੋਈ ਪੁੰਨ ਕਰਮ ਨਹੀਂ ਕੀਤਾ, ਕੋਈ ਸਤਸੰਗ ਨਹੀਂ ਕੀਤੀ, ਕੋਈ ਨਾਮ ਨਹੀਂ ਜਪਿਆ, ਇਸ ਕਰਕੇ ਫਿਰ ਇਹਨੂੰ ਉਹਦੇ ਵਿੱਚ ਸੁੱਟ ਦਿੰਦੇ ਹਨ ਅਤੇ ਪਿਆ ਤੜਫਦਾ ਹੈ। ਗੁਰੂ ਸਾਹਿਬ ਜੀ ਨੇ ਬੈਤਰਣੀ ਨਦੀ ਦਾ ਜ਼ਿਕਰ ਗੁਰਬਾਣੀ ਵਿੱਚ ਕਈ ਜਗ੍ਹਾ 'ਤੇ ਕੀਤਾ ਹੈ। ਆਏ ਅਨਕ ਜਨਮ ਭਰਮ ਸਰਣੀ, ਉਦਰ ਦੇਹ ਅੰਧਕੂਪ ਤੇ ਲਾਵੋ ਆਪਣੀ ਚਰਣੀ, ਸਾਧ ਸੰਗਤ ਕੇ ਅੰਚਲ ਲਾਵੋ ਬੇਖਮ ਨਦੀ ਜਾਏ ਤਰਣੀ। ਕਿ ਪ੍ਰਭੂ ਸਾਧ ਸੰਗਤ ਦੇ ਪੱਲੇ ਲਾ ਦੇਵੋ ਤਾਂ ਕਿ ਉਹ ਜਿਹੜੀ ਬੇਖਮ ਨਦੀ ਹੈ ਉਹ ਤਰੀ ਜਾ ਸਕੇ, ਕਿਉਂਕਿ ਨਾਮ ਤੋਂ ਬਿਨਾਂ ਸਾਧ ਸੰਗਤ ਤੋਂ ਬਿਨਾਂ ਤਰੀ ਨਹੀਂ ਜਾ ਸਕਦੀ। ਇਸ ਤਰ੍ਹਾਂ ਨਾਲ
सत संगत बाजों बई तरया पव सागर नहीं जाना। सत संगत बाजों बई तरया पव सागर नहीं जाना। सत संगत सत संगत बाजों बई तरया पव सागर नहीं जाना। सत संगत बाजों बई तरया पव सागर नहीं जाना। सत संगत तरया पव सागर नहीं जाना। 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 सत संगत बाजों बई तरया पव सागर नहीं जाना। सत संगत बाजों बई तरया पव सागर नहीं जाना। हाँ जी, मेरे माधो जी सत संगत मिले सो तरया। गुरप्रसाद परम पद पाया सूके कास्ट हरिया। ਤੇ ਸਾਧ ਸੰਗਤ ਉਹ ਜਮ ਦੇ ਰਸਤੇ ਵਿੱਚ ਯਾਨੀ ਕਿਤੇ ਘੋਰ ਘੁੱਪ ਹਨੇਰਾ ਹੈ, ਕਿਤੇ ਵੀ ਸੂਰਜ ਦੀ ਕਿਰਨ ਨਜ਼ਰੀ ਨਹੀਂ ਪੈਂਦੀ ਤੇ ਕਿਤੇ ਇਹਨੂੰ ਆਪਣਾ ਜਾਣੂ ਪਛਾਣੂ ਕੋਈ ਨਹੀਂ ਮਿਲਦਾ ਜਮਾਂ ਤੋਂ ਛੁੱਟ ਔਰ ਇਹਦੇ ਘਾਤਕ ਜੀਵਾਂ ਤੋਂ ਛੁੱਟ। ਤੇ ਕਿਤੇ ਉੱਥੇ ਪਾਣੀ ਨਹੀਂ ਹੈ। ਇਹ ਗਰੜ ਪ੍ਰਾਣ ਦੇ ਵਿੱਚ ਪੂਰਾ ਖੁਲਾਸਾ ਦਿੱਤਾ ਹੈ ਕਿ ਉੱਥੇ ਕਿਤੇ ਪਾਣੀ ਪੀਣ ਵਾਸਤੇ ਨਹੀਂ, ਉੱਥੇ ਕਿਸੇ ਪ੍ਰਕਾਰ ਦਾ ਕੋਈ ਭੋਜਨ ਨਹੀਂ ਇਸ ਨੂੰ ਮਿਲਦਾ, ਸਿਰਫ ਪਿੰਡ ਦਾਨ ਕੀਤੇ ਤੋਂ ਬਿਨਾਂ। ਦੂਸਰਾ ਫਿਰ ਇਸ ਤਰ੍ਹਾਂ ਨਾਲ ਬੈਤਰਣੀ ਨਦੀ ਵਿੱਚ ਇਹ ਉੱਥੇ ਮਹਾ ਭਿਆਨਕ ਨਦੀ ਦੇ ਸਾਹਮਣੇ ਜਾਂਦਾ ਹੈ ਤੇ ਜਿਸ ਉੱਤੇ ਨੇ ਕੁਛ ਨਹੀਂ ਕੀਤਾ ਹੁੰਦਾ। ਜਿਨ੍ਹਾਂ ਨੇ ਕੁਛ ਕੀਤਾ ਹੈ ਧਰਮ ਕਰਮ ਉਹ ਦੇ ਦਿੰਦੇ ਹਨ ਮਲਾਹਾਂ ਨੂੰ ਤੇ ਉਹ ਆਪਣੇ ਉਹਨਾਂ ਨੂੰ ਪਾਰ ਲਾ ਦਿੰਦੇ ਹਨ। ਪਰ ਜਿਨ੍ਹਾਂ ਨੇ ਕੁਛ ਵੀ ਨਹੀਂ ਕੀਤਾ, ਕੋਈ ਦਾਨ ਪੁੰਨ ਨਹੀਂ ਕੀਤਾ, ਉਹਨਾਂ ਨੂੰ ਉਸ ਨਦੀ ਵਿੱਚ ਸੁੱਟ ਦਿੱਤਾ ਜਾਂਦਾ ਹੈ। ਤੇ ਫਿਰ ਕੀ ਹੁੰਦਾ ਹੈ ਕਿ ਉਹਦੇ ਆਖਦੇ ਹਨ ਕਿ ਅਨੇਕਾਂ ਘੁੰਮਣ ਘੇਰੀਆਂ ਹਨ ਜਿਸ ਦੇ ਵਿੱਚ ਪਿਆ ਹੋਇਆ ਜੀਵ ਇੱਕਦਮ ਪਤਾਲ ਨੂੰ ਚਲਾ ਜਾਂਦਾ ਹੈ। ਉਹ ਜਮ ਜਿਨ੍ਹਾਂ ਨੇ ਇਹਦੇ ਨੱਕ ਦੇ ਵਿੱਚ ਨਕੇਲ ਪਾਈ ਹੋਈ ਹੁੰਦੀ ਹੈ ਉਹ ਇਸ ਨੂੰ ਉੱਪਰ ਖਿੱਚ ਲੈਂਦੇ ਹਨ। ਉਹ ਆਕਾਸ਼ ਰਸਤੇ ਜਾ ਰਹੇ ਹੁੰਦੇ ਹਨ ਤੇ ਇਹ ਬੈਤਰਣੀ ਨਦੀ ਵਿੱਚ ਪਿਆ ਹੁੰਦਾ ਹੈ ਤੇ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਰਿਹਾ ਹੁੰਦਾ ਹੈ। ਇਸ ਤਰ੍ਹਾਂ ਨਾਲ ਸਾਧ ਸੰਗਤ ਯਾਨੀ 400 ਆਪਣੇ ਮੀਲ ਦੀ ਜੋ ਉਹ ਨਦੀ ਹੈ ਉਹਦੇ ਵਿੱਚ ਇਹ ਜਾਂਦਾ ਹੈ ਜੀ। ਬੈਤਰਣੀ ਨਦੀ ਜਿਹੜੀ ਕਿ ਸਾਰੇ ਨਰਕਾਂ ਨਾਲੋਂ ਵੱਡੀ ਹੈ, ਜਿਸ ਦਾ ਵਿਸਤਾਰ ਬਹੁਤ ਵੱਡਾ ਹੈ ਤੇ ਜਿੱਥੇ ਜੀਵ ਪਿਆ ਬਿਲਕਦਾ ਹੈ। ਫਿਰ ਉਸ ਤੋਂ ਨਿਕਲ ਕਰਕੇ ਫਿਰ ਇਹ ਅੱਗੇ ਜਾਂਦਾ ਹੈ। ਉਸ ਤੋਂ ਅੱਗੇ ਫਿਰ ਦਕਸ਼ਪੁਰ ਯਾਨੀ ਆਕਾਸ਼ ਦੇ ਰਸਤੇ ਉਹ ਤੁਰਦਾ ਹੈ। ਹੁਣ ਆਕਾਸ਼ ਦੇ ਵਿੱਚ ਉੜਦਾ ਹੋਇਆ ਜਾ ਰਿਹਾ ਹੁੰਦਾ ਹੈ। ਉਸ ਤੋਂ ਬਾਅਦ ਇਹ ਨਾਨਾ ਕੁਰੰਦਪੁਰ ਪੁੱਜਦਾ ਹੈ। ਉੱਥੇ ਫਿਰ ਆਪਣੇ ਪਿਛਲਿਆਂ ਵੱਲੋਂ ਦਿੱਤਾ ਹੋਇਆ ਦਾਨ ਪਿੰਡ ਖਾ ਕਰਕੇ ਫਿਰ ਅੱਗੇ ਚੱਲਦਾ ਹੈ। ਫਿਰ ਸੁਤਪਦ ਭਵਨ, ਫਿਰ ਉਸ ਤੋਂ ਅੱਗੇ ਹੋ ਕੇ ਅਰੋਂਦਰਪੁਰ ਪੁੱਜਦਾ ਹੈ। ਫਿਰ ਉਸ ਤੋਂ ਅੱਗੇ ਜਯੋ ਵਰਖਣ ਯਾਨੀ ਜਿੱਥੇ ਬੱਦਲਾਂ ਦੀ ਵਰਖਾ ਹੋ ਰਹੀ ਹੈ ਜੋ ਅਤੀ ਦੁੱਖ ਦੇਣ ਵਾਲੇ ਹਨ। ਫਿਰ ਉਸ ਤੋਂ ਅੱਗੇ ਜਾਂਦਾ ਹੈ ਸੀਤਾਂਡਪੁਰ ਦੇ ਵਿੱਚ ਜਿੱਥੇ ਬੜੀ ਸ਼ੀਤ ਪੈ ਰਹੀ ਹੈ, ਜਿੱਥੇ ਬਹੁਤ ਠੰਡ ਹੋ ਰਹੀ ਹੈ। ਉੱਥੇ ਇਹਦਾ ਸਰੀਰ ਜਿਹੜਾ ਪਾਲੇ ਦੇ ਨਾਲ ਜਿਹੜਾ ਸੁੱਕ ਜਾਂਦਾ ਹੈ, ਇਹਦੇ ਦੰਦ ਪੈ ਵੱਜਦੇ ਹਨ, ਬੜਾ ਇਸ ਨੂੰ ਦੁੱਖ ਹੁੰਦਾ ਹੈ। ਫਿਰ ਉਸ ਤੋਂ ਅੱਗੇ ਜਾਂਦਾ ਹੈ ਬਹੁਭੀਤ ਨਗਰ ਦੇ ਵਿੱਚ ਜਿਹੜੀ ਧਰਮ ਰਾਜਾ ਦੀ ਪੁਰੀ ਦੇ ਕੋਲ ਹੀ ਆਪਣਾ ਨਗਰੀ ਹੈ ਬਹੁਭੀਤ। ਜਿਸ ਉੱਥੇ ਪਹੁੰਚਦਾ ਹੈ, ਉੱਥੇ ਪਹੁੰਚਦੇ ਨੂੰ ਸਾਲ ਗੁਜ਼ਰ ਜਾਂਦਾ ਹੈ। ਯਾਨੀ 365 ਦਿਨ ਦਾ ਰਸਤਾ ਜੋ ਹੈ ਉਹ ਪੁਰਾਣਾਂ ਦੇ ਵਿੱਚ ਲਿਖਿਆ 1 ਸਾਲ ਦਾ ਪੂਰਾ ਰਸਤਾ ਹੈ। ਧਰਮ ਸ਼ਾਸਤਰ ਦੇ ਵਿੱਚ ਵੀ ਆਪਣੇ 365 ਦਿਨਾਂ ਦਾ ਰਸਤਾ ਦੱਸਿਆ ਹੈ। ਇੱਥੇ ਗੁਰੂ ਸਾਹਿਬ ਜੀ ਨੇ ਵੀ ਇਹੀ ਜ਼ਿਕਰ ਕੀਤਾ ਹੈ ਕਿ ਜਿਹੇ ਮਾਰਗ ਕੇ ਗਣ ਜਾਹੇ ਨਾ ਕੋਸਾ, ਯਾਨੀ ਇੰਨਾ ਲੰਬਾ ਭਿਆਨਕ ਰਸਤਾ ਹੈ ਤੇ 365 ਦਿਨਾਂ ਦੇ ਵਿੱਚ ਉਸ ਨੂੰ ਤੈਅ ਕਰਦਾ, 1 ਸਾਲ ਦੇ ਵਿੱਚ ਤੈਅ ਕਰਦਾ, ਉੱਥੇ ਪਹੁੰਚ ਜਾਂਦਾ ਹੈ। ਜਿਸ ਉੱਥੇ ਪਹੁੰਚਦਾ ਜਿਹੜੀ ਇਹਦੀ ਹੱਥ ਭਰ ਦੀ ਦੇਹ ਹੁੰਦੀ ਹੈ ਤੇ ਉਸ ਨੂੰ ਆਪਣਾ ਇਹ ਛੱਡ ਦਿੰਦਾ ਹੈ ਜੋ ਪਿੰਡਾਂ ਤੋਂ ਬਣੀ ਹੋਈ ਹੁੰਦੀ ਹੈ। ਮੁੜ ਕੇ ਫਿਰ ਇਹ ਅੰਗੂਠੇ ਪ੍ਰਮਾਣ ਹੋ ਜਾਂਦਾ ਹੈ। ਅੰਗੂਠੇ ਪ੍ਰਮਾਣ ਹੋ ਕਰਕੇ ਫਿਰ ਅੱਗੇ ਚੱਲਦਾ ਧਰਮ ਰਾਜਾ ਦੀ ਪੁਰੀ ਨੂੰ।
जिस दा विस्तार जड़ा है वो 44 योजन जड़ा है वो लंबा चौड़ा है, यानी 176 मील की धर्म राजा की पुरी है। गज की आखो सतनाम श्री वाहिगुरू। 176 मील जिसका विस्तार है तो जिस दे विच 18 नरक हैं, तो जिथे 3 योजन उच्चा जिसका लंबा चौड़ा आकार है धर्म राजा का, यानी 12 मील। एक योजन पहले दस चुके हैं कि 4 मील का होंदा है। 3 योजन लंबा चौड़ा धर्म राजा का शरीर है, 12 योजन। साध संगत अजकल के मनुख की गल नहीं, अजकल का मनुख तो 5 फुट का है। ਦੁਆਪਰ ਦੇ ਯੁੱਗ ਦੇ ਵਿੱਚ ਇਸ ਤੋਂ ਵੱਡੇ ਹੋਇਆ ਕਰਦੇ ਸਨ, ਤ੍ਰੇਤੇ ਵਿੱਚ ਇਹਨਾਂ ਤੋਂ ਵੀ ਲੰਬੇ ਹੁੰਦੇ ਸਨ, ਸਤਯੁਗ ਦੇ ਵਿੱਚ ਉਹਨਾਂ ਤੋਂ ਵੀ ਵੱਡੇ ਹੁੰਦੇ ਸਨ। ਧਰਮ ਰਾਜਾ ਦੀ ਉਤਪਤੀ ਸੂਰਜ ਤੋਂ ਹੋਈ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 12 ਦੇ ਵਿੱਚ ਫਰਮਾਇਆ ਹੈ, ਸੂਰਜ ਘਰ ਅਵਤਾਰ ਲੈ ਧਰਮ ਵਿਚਾਰਨ ਜਾਏ ਬੈਠਾ। ਧਰਮ ਦੀ ਵਿਚਾਰ ਕਰਨ ਵਾਸਤੇ ਸੂਰਜ ਦੇ ਘਰ ਅਵਤਾਰ ਲੈ ਕੇ ਧਰਮ ਰਾਜਾ ਧਰਮ ਦੀ ਗੱਦੀ ਤੇ ਜਾ ਕੇ ਬੈਠਾ। ਏਕਾ ਮੂਰਤ ਨਾਉ ਦੋਏ धर्मी धर्म राए जम देख सरेठा। मूर्त एक है, नाम दो हैं, यानी दुनिया नूं हो जम नजरी पैंदा है ते धर्मियां नूं धर्म राजा नजरी पैंदा है। फिर अगे जिक्र करते हैं, पापी नूं पछड़ाएंदा धर्मी नाल बोलदा मिठा। ਜਿਹੜੇ धर्म कर्म करन वाले हैं उन्हां नालों मिठा बोलदा है, ਜਿਹੜੇ पापी हैं उन्हां नूं पछड़ांदा, नरकां दे विच उन्हां नूं सज़ा दिंदा है। इस तरह भाई साहब भाई गुरदास जी ने अपनी 12 ਦੇ ਵਿੱਚ ਜ਼ਿਕਰ ਕੀਤਾ है। शनि ग्रह जो है वो धर्म राजा का सगा भरा है। जो यमुना अज संसार के विच वग रही है, ये धर्म राजा की भैन है। साध संगत ये तिन्ने उत्पन्न होए सन छाया तो, ये सूरज के पुत्र हैं। इस तरह नाल धर्म राजा जिहड़ा है उसका शरीर आकार जो है वो बहुत बड़ा है, क्योंकि वो पुरातन समय तो है। इस करके पुराणा भी जिक्र आउंदा है कि वो 3 योजन यानी 12 मील का लंबा चौड़ा उसका शरीर है, उसदियां 32 बाहां हैं। उसका रंग जो है काले धुएं की न्याई, उसका अपना शरीर का जो रंग है ते विच सोने की न्याई चमक रहा है, यानी दोनों रंग विच मिले हुए हैं। सोने का रंग स्वर्ण जैसा भी और काला भी। सूर्य का रंग पहले काला होंदा सी। साध संगत एक कथा सुनानी होवे तो बड़ा समा लगता है, इस करके धर्म राजा का रंग भी बेअंत शाह काला है। उस तो बाद उस धर्म राजा की कचहरी दे विच चित्रगुप्त दोनों पासे खड़े आ, हथ जोड़ के। बड़े मौत के बुखार, अनेकों प्रकार के क्लेश, कष्ट, बीमारियां, दुख, दलिद्र जो भी है धर्म राजा के अगे खड़ा होया है। वो आखते हैं कि कदों सानू हुक्म होवे तो असीं जाके संसारी जीवां नूं चिंबड़ीए। आ वेख्या होना, जदों प्राणी गुजरदा है मरण लगदा, उस तो पहले कोई बहाना बनता है। मौत तो बीमारी आउंदी है, किसी प्रकार की कोई बीमारी आवे पहले बीमारी लगती है, उस तो बाद फिर मौत होंदी है। यानी धर्म राजा भी साध संगत ढंग दे नाल ही मरदा है। कहण तो भाव अर्थ की है, किस तरह नाल उत्थे अनेकों बीमारियां जिहड़ियां हन उहदी कचहरी विच खड़ियां हन कि सानू हुक्म होवे तो असीं जीवां नूं इस तरह नाल जाके चिंबड़ीए। इस तरह नाल धर्म की कचहरी विच, धर्म राजा की कचहरी दे विच उत्थे इतना वड्डा विस्तार पुराणा दे विच बड़े विस्तार दे नाल साध संगत दस्सिया गया है। गुरु साहब जी गुरबाणी विच जिक्र करते हैं, धर्म राय नूं हुक्म है वह सच्चा धर्म विचार, दूजा भाए दुष्ट आत्मा ओ तेरी सरकार। अध्यात्मी हर गुण तास मन जपै एक मरार, तिनकी सेवा धर्म राय करे धन सवारणहार। साधक संग धर्म राय करे सेवा, साधक संग शोभा सुरदेवा। ਜਿਹੜੇ दुष्ट आत्मा द्वैत भाव ਦੇ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਨਰਕਾਂ ਦੇ ਵਿੱਚ ਸਜ਼ਾ ਦਿੰਦਾ ਹੈ। ਜਿਹੜੇ ਨਾਮ ਜਪਦੇ ਹਨ ਧਰਮ ਰਾਜਾ ਉਹਨਾਂ ਦੀ ਸੇਵਾ ਕਰਦਾ ਹੈ। जिमें गुरबाणी दे विच महावाक आउंदे हन कि नाम ध्यायन साजना जन्म पदार्थ जीत, नानक धर्म ऐसे चबै कितो भवन पनीत। इस तरह नाल आखदा, आओ प्रेम नाल पढ़ो। ये धर्म राय भी करेगा सेवा वे संतां दे संगियां दी। राय भी करेगा सेवा संतां दे संगियां दी। धर्म धर्म राय भी करेगा
सेवा संतां दे संगियां दी। राए भी करेगा सेवा संतां दे संगियां दी। नरम बाबा बाबा बई संतां दे संगियां दी। बाबा बाबा बई संतां दे संगियां दी। बाबा 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 बई संतां दे संगियां दी। बाबा बाबा बई संतां दे संगियां दी। बाबा राए भी करेगा सेवा संतां दे संगियां दी। धर्म राए भी करेगा सेवा संतां दे संगियां दी। हाँ जी साध संगत जिस वेले ਇਹੋ ਜਿਹੇ ਮਹਾ ਭਿਆਨਕ ਜਮਰਾਜ ਦੇ ਸਾਹਮਣੇ ਜਾਂਦਾ, ਧਰਮਰਾਜ ਦੇ ਸਾਹਮਣੇ ਇਹ ਜੀਵ ਜਾਂਦਾ ਹੈ ਜਿਹਦੀਆਂ ਤਿੱਖੀਆਂ ਲੰਬੀਆਂ ਦਾੜਾਂ ਵੇਖ ਕਰਕੇ, ਬੜੀਆਂ ਬੌਲੀ ਵਰਗੀਆਂ ਅੱਖਾਂ ਵੇਖ ਕਰਕੇ ਇਹ ਜੀਵ ਡਰਦਾ ਹੈ। ਤੇ ਪਰ ਧਰਮ ਰਾਜਾ ਕਿਸੇ ਨੂੰ ਕੁਛ ਨਹੀਂ ਕਹਿੰਦਾ, ਉਹ ਆਪਣੇ ਸਿਰਫ ਇਹਦੇ ਚੰਗੇ ਔਰ ਮਾੜੇ ਕਰਮਾਂ ਨੂੰ ਵਿਚਾਰਦਾ ਹੈ। ਦੇਖਿਆ ਹਿਸਾਬ ਕਿਤਾਬ ਕਰਕੇ ਕਿ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ, ਆਖਦਾ ਹੈ ਕਿ ਜਾਓ ਇਹਨੂੰ 18 ਪ੍ਰਕਾਰ ਦੇ ਜਿਹੜੇ ਨਰਕ ਹਨ ਉਹਨਾਂ ਦੇ ਵਿੱਚ ਪਾ ਦਿਓ। ਜਿਨ੍ਹਾਂ ਨੇ ਪੁੰਨ ਕਰਮ ਕੀਤੇ ਹੁੰਦੇ ਹਨ ਉਹਨਾਂ ਨੂੰ ਆਖਦਾ ਹੈ ਕਿ ਇਹਨਾਂ ਨੂੰ ਸੁਰਗ ਦੇ ਵਿੱਚ ਭੇਜ ਦੇਵੋ। ਯਾਨੀ ਜਿਹੜੇ ਸੁਰਗ ਨੂੰ ਵੀ ਜਾਂਦੇ ਹਨ ਉਹ ਵੀ ਪਹਿਲੇ ਉੱਥੇ ਪੁੱਜਦੇ ਹਨ ਧਰਮ ਰਾਜਾ ਦੇ ਕੋਲ ਤੇ ਫਿਰ ਸੁਰਗ ਨੂੰ ਜਾਂਦੇ ਹਨ। ਜਦ ਤੱਕ ਹਿਸਾਬ ਕਿਤਾਬ ਪੂਰਾ ਨਹੀਂ ਹੋਇਆ ਉਦੋਂ ਤੱਕ ਉਹ ਸੁਰਗ ਨੂੰ ਨਹੀਂ ਜਾ ਸਕਦੇ। ਗੁਰਬਾਣੀ ਦੇ ਵਿੱਚ ਮਹਾਵਾਕ ਹਨ, ਪ੍ਰੇਤ ਪਿੰਜਰ ਮੈਂ ਦੁਖ ਘਨੇਰੇ, ਨਰਕ ਬਚੈ ਅਗਿਆਨ ਅੰਧੇਰੇ, ਬਾਕੀ ਧਰਮ ਰਾਏ ਕੀ ਲੀਜੈ, ਜਿਨ ਹਰ ਕਾ ਨਾਮ ਵਿਸਾਰਾ ਹੈ। ਕਿ ਧਰਮ ਰਾਜਾ ਜਿਹੜਾ ਹੈ ਉਹ ਲੇਖਾ ਜੋਖਾ ਲੈਂਦਾ ਹੈ। ਜੋ ਧਰਮ ਰਾਜਾ ਜੀ ਨੇ ਜੋ ਬਾਕੀ ਕੱਢੀ ਹੈ ਜੋ ਕਰਮਾਂ ਦੀ, ਮਾੜੇ ਕਰਮਾਂ ਦੀ, ਉਹਦੇ ਆਪਣਾ ਬਾਕੀ ਨੂੰ ਜਿਹੜੇ ਜੰਮ ਹਨ ਉਹ ਲੈਂਦੇ ਹਨ। ਯਾਨੀ ਮਾਰ ਕੁੱਟ ਕੇ ਉਹਨੂੰ ਸਜ਼ਾ ਦੇ ਕਰਕੇ ਉਹਨੂੰ ਚੰਗੇ ਰਾਹ ਦੱਸਦੇ ਹਨ। ਖੈਰ ਇਸ ਤੋਂ ਅੱਗੇ ਫਿਰ ਨਰਕ ਆਉਂਦੇ ਹਨ। 18 ਪ੍ਰਕਾਰ ਦਾ ਨਰਕ ਜਿਹੜਾ ਹੈ, ਪਹਿਲਾ ਨਰਕ ਹੈ ਕੁੰਭੀ ਪਾਕ ਨਰਕ, ਦੂਸਰਾ ਹੈ ਆਪਣਾ ਰੌਰਵ ਨਰਕ, ਤੀਸਰਾ ਅਜਵਰ ਨਰਕ, ਚੌਥਾ ਤੇਲ ਯੰਤਰ ਨਰਕ, ਪੰਜਵਾਂ ਨਰਕ ਹੈ ਖੰਡੇ ਦੀ ਧਾਰ, ਛੇਵਾਂ ਨਰਕ ਹੈ ਸੂਚੀ ਮੁਖ, ਸੱਤਵਾਂ ਭੈਸਾ ਨਾਮ ਦਾ ਨਰਕ ਹੈ, ਅੱਠਵਾਂ ਅਸਵੱਤਰ ਨਰਕ ਹੈ, ਨੌਵਾਂ ਸਲਮੁਖ ਯਾਨੀ ਕੋਲੂ ਜਿਹਦੇ ਵਿੱਚ ਇਸ ਜੀਵ ਨੂੰ ਪੀੜਿਆ ਜਾਂਦਾ ਹੈ, ਦਸਵਾਂ ਗਰਭ ਨਰਕ ਹੈ ਜਿਹਦੇ ਵਿੱਚ 9 ਮਹੀਨੇ ਪੁੱਠਾ ਲਟਕਦਾ ਮਾਤਾ ਦੇ ਉਦਰ ਦੇ ਵਿੱਚ, 11ਵਾਂ ਅੰਧਕੂਪ ਨਰਕ ਹੈ ਅੰਨੇ ਖੂਹ ਵਰਗਾ ਜਿਹਦੇ ਵਿੱਚ ਘੋਰ ਕੁੱਪ ਹਨੇਰਾ ਹੈ, 12ਵਾਂ ਕਿਰਤ ਤਪਤ ਨਰਕ ਹੈ ਜਿਹਦੇ ਵਿੱਚ ਘਿਓ ਤਪ ਰਿਹਾ ਹੈ, 13ਵਾਂ ਅਗਨੀ ਕੁੰਡ ਨਰਕ ਹੈ, 14ਵਾਂ ਤਪਤ ਥੰਮ ਨਰਕ ਹੈ, 15ਵਾਂ ਸਿੱਕਾ ਨਾਮ ਦਾ ਨਰਕ ਹੈ, 16ਵਾਂ ਲਾਰਪਖ ਨਾਮ ਦਾ ਨਰਕ ਹੈ, 17ਵਾਂ ਤਾਮਰਾ ਨਰਕ ਹੈ, 18ਵਾਂ ਦੁਨੀਆ ਦੇ ਵਿੱਚ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਗੁਰੂ ਸਾਹਿਬ ਜੀ ਨੇ ਸਾਰੇ ਨਰਕਾਂ ਬਾਰੇ ਗੁਰਬਾਣੀ ਦੇ ਵਿੱਚ ਥੋੜ੍ਹਾ ਥੋੜ੍ਹਾ ਵਿਸਤਾਰ ਅਵਸ਼ ਦਿੱਤਾ ਹੈ। ਜਿਵੇਂ ਕਿ ਕੋਲੂ ਦਾ ਜ਼ਿਕਰ ਆਉਂਦਾ ਹੈ ਜਾਂ ਅੰਨੇ ਖੂਹ ਦਾ ਜ਼ਿਕਰ ਆਉਂਦਾ ਹੈ ਜਿਹਦੇ ਵਿੱਚ ਘੋਰ ਕੁੱਪ ਹਨੇਰਾ ਹੈ। ਗੁਰੂ ਸਾਹਿਬ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਜ਼ਿਕਰ ਕਰਦੇ ਹਨ ਕਿ ਜਿਸ ਵਕਤ ਉਹ ਤਪੇ ਨੇ ਗੁਰੂ ਸਾਹਿਬ ਜੀ ਦੇ ਨਾਲ ਇਸ ਤਰ੍ਹਾਂ ਨਾਲ ਬੇਮੁਖਤਾਈ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਸੀ, ਇਹ ਸ਼ਬਦ ਉਚਾਰਨ ਕੀਤਾ ਕਿ ਨਰਕ ਘੋਰ ਦੁਖ ਖੂਹ ਹੈ, ਉੱਥੈ ਪਕੜ ਉਹ ਢੋਇਆ, ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ, ਉਹ ਤੇਲੀ ਸੰਧਾ ਬਲਦ ਕਰ, ਨਿਤ ਭਲਕੇ ਉੱਠ ਪ੍ਰਭ ਜੋਇਆ, ਹਰ ਵੇਖੇ ਸੋਣਾ ਨਿਤ ਸਭ ਕਹੀ, ਤਿੱਦੂ ਕਿਛ ਗੁੱਝਾ ਨਾ ਹੋਇਆ। ਯਾਨੀ ਇਸ ਤਰ੍ਹਾਂ ਨਾਲ ਉਹਨੂੰ ਕੋਲੂ ਦੇ ਅੱਗੇ ਜੋੜਿਆ ਜਾਂਦਾ ਹੈ ਅਤੇ ਜਾਂ ਕੋਲੂ ਦੇ ਵਿੱਚ ਪਾ ਕੇ ਉਸ ਨੂੰ ਪੀੜਿਆ ਜਾਂਦਾ ਹੈ ਜਿਹੜਾ ਕਿ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਜੋ ਸਾਧ ਸੰਗਤ ਨਹੀਂ ਕਰਦਾ। ਅੱਗੇ ਖੰਡੇ ਦੀ ਧਾਰ ਜੋ ਧਾਰ ਵਾਲਾ ਜੋ ਨਰਕ ਹੈ ਉਹਦੇ ਬਾਰੇ ਗੁਰੂ ਸਾਹਿਬ ਜੀ ਨੇ ਫਰਮਾਨ ਕੀਤਾ ਹੈ
खंडे धार गली अत भीड़ी, लेखा लीजै तिल ज्यों पीड़ी। मात पिता कलत्र सुत बेली नाही, बिन हारस मुक्त न कीना है। मारू राग के अंदर साध संगत ये जिक्र किया है कि वह खंडे की धार वर्गा अपना नरक है, जिहदे उत्ते इसनूं चलना पैंदा है। जिस वो खंडे की धार के उत्ते चलता है तो यदा शरीर जिहड़ा है पछिया जाता है, फिर उसनूं दुख होंदा है तो हाय कुरट करता है। फिर बैतरणी नदी जिसके बारे आप जी ने पहले अगे सरवण कर लिया है। आगे बेमल नदी यानी बैतरणी नदी, अगन बिख झेला अस्पत्र वन, जो जहर दे अपने जिसदे नाल जहर दे पत्ते लगे हुए हैं, जिस वेले ये शरीर के उत्ते आके वो पत्ते गिरते हैं तो ये शरीर नूं पछदे हैं ते विच जहर चली जाती है, फिर यह पिया विलकदा है। तिथे अवर न कोई जियो अकेला, पड़ पड़ अग्न सागर दे लहरी पड़ दज्जै मन मुगताई है। अग्नि कुंड का भी जिक्र गुरु साहब जी ने इस पंक्ति दे विच कर दिता है, जिवें आप जी ने अग्नि कुंड नरक श्रवण किया है। उस तो अगे गुरु साहब जी ने अपना तामरा नाम नरक दस्या है। जब पुराणा दे भी तामरा नाम नरक उसका जिक्र आया तो गुरु साहब जी ने भी साध संगत गुरबाणी दे विच लिखिया है कि उत्थे सूरज तपदा है। सूरज तपै अग्न बिख झाला, अपत पशु मनमुख बेताला। आसा मनसा कूड़ कमावै, रोग बुरा बुरियारा है। ये भी मारू राग के अंदर ही शब्द आता है कि उत्थे सूरज तपै अग्न विख झाला, उत्थे 12 सूरज तपदे हैं। तांबे की धरती है जिसके लोहे के कंडे उत्ते लगे हुए हैं, जिन्हों के उत्ते इसनूं चलना पैंदा है। ये गुरु साहब जी ने भी जिक्र किया। उत्थे 12 सूरज इकट्ठे तपदे हैं, यानी एक महीने का एक सूरज होंदा है, उसका नाम अलग होंदा है। इस सूरज का देवता भी बखरा होंदा है, कदे समय नाल फिर सुनावांगा। फिर दूसरे महीने का सूरज जिहदा देवता होर होंदा है तो उसका अपना अलग ही उसका विस्तार होंदा है, अलग ही उसका प्रकाश होंदा है। जिवें कि जेठ हाड़ के दिनों में सूरज बहुत तपदा है तो माघ महीने दे विच बहुत शांतमई होंदा है। इस तरह नाल यानी 12 सूरज हैं तो 12 उत्थे इकट्ठे ही तपदे हैं तांबे की धरती के उत्ते, जिन्हों दुख होंदा है। फिर गर्भ का जिक्र आता है। सुखी बसै मस्कीनियाँ आप निवार तले, बड़े बड़े अहंकारियाँ नानक गर्भ गले। ये भी साध संगत नरक है, क्योंकि उत्थे रगत ते होर अनेका प्रकार की मैल जिहड़ी है वो गर्भ नरक दे विच इहदे कोल होंदी है। इस करके फिर उत्थे पुट्ठा होया होया पिया विलकदा हुंदा। मुख तल्लै पैर उपरे बसंदो घोथड़ै थाए, नानक सो धनी क्यों बसारियो उधरै जिसदै नाए। उस तो बाद जिहड़े पुरुष कोई मंगता आउंदा है उसनों दान नहीं देंदे जां खाण वास्ते कुछ नहीं देंदे ते साध संगत उन्हां दे मूँह दे विच सिक्का घोल घोल के पाया जाता है। ये सिक्का नाम का नरक जिहड़ा हैगा। उस तो बाद तपत थम नरक है। इहदे बारे भी गुरु साहब जी ने मारू राग दे विच ही जिक्र किया है कि गुरु साहब जी आखदे रे नर काए परगरै जाए, कुचल कठोर काम गर्दब तुम नहीं सुनो धर्म राय। इस शब्द में गुरु साहब जी ने जिक्र किया है। गुप्त करता संग सो प्रभ डह कावे मन खाए, बेसार हर जियो बिखै भोगै तपत थम गल लाए। और तपत थम जो नरक है वो जिहदा 4 कोस तक सेक आउंदा है ते जिहड़े पुरुष जिहड़े विषय विकार करते हैं आखते हैं कि उन्होंने इस्त्री पुरुष के अपने थंबे बनाए हुए हैं, उन्होंने नाल उसनूं लाया जाता है तो साध संगत उत्थे फिर पिया विलकदा होंदा है। इनू तपत थम नरक यानी जिन्ने नरक भी पुराणों के लिखिया गुरु साहब जी ने उन्होंने जिक्र गुरबाणी में किते ना किते अवश्य किया होया है। मत कोई भरम दे विच भुले कि एवें कथा कहानी है सुनाने वास्ते कि नरक नहीं है। नरक है जां गुरबाणी दे विच गुरु साहब जी जिक्र कर रहे हैं, पुराणों के विच व्यास जी जिक्र कर रहे हैं, बड़े बड़े ऋषि मुनि जिक्र कर रहे हैं। साध संगत तो जान लो कि नरक हैं, ये नहीं पे नहीं है। 18 प्रकार के नरक हैं तो 18 प्रकार के नरक के जीव जड़ा भोगता है। उस तो बाद गुरु साहब जी ने इतने बस ने 84 लाख नरक दसिया है। 84 नरक सागत भोग हाई है, जैसा कीचै तैसो पाई है। यानी जितने 84 लाख जून है सब नरक के अंदर है। कोई आखदा है कि मनुख जड़ा है 84 लाख जून तो बाहर है, पर साध संगत मनुख भी 84 लाख जून तो बाहर नहीं है। 84 लाख जून तो बाहर वही होया है
चाहे पशु है, चाहे पंछी है, चाहे मनुख है, चाहे स्त्री है, चाहे शूद्र है, चाहे कोई ब्राह्मण है, जिहड़ा नाम जप के जिहड़ा सुन अवस्था सुन मंडल दे विच जिहने नाम का प्रकाश किया है, जिहड़ा सिर्फ एक नारायण के चरणों में जा जुड़िया है, वही 84 लाख जून तो बाहर होया है। नहीं तो बाकी सब जितने असी तुसी हैं सब 84 लाख जून दे विच हाँ। इसलिए गुरु साहब जी ने जिक्र किया है, जितने नरक से मनमुख भोगे गुरमुख लेप ना मासा है, कि जिन्ने भी नरक हैं वह मनमुखां ने भोगे हैं, जिहड़े गुरमुख हैं उन्होंने लेप मात्र भी इन्हां दा दुख नहीं होंदा, इस रास्ते जाते ही नहीं है। और साध संगत उन्हां दी गिणती की जा सकती है जिहड़े कि नरकां तो बाहर हैं, क्योंकि वह बहुत थोड़े हैं, वो बहुत थोड़े हैं, सैकड़े ही साध होणगे, उन्हां दे विचों एक जिहड़ा हैगा वो नरकां तो बार बार जांदा होवेगा। इत्थों तक कि राजा जनक जी नूं भी नरकां दे थाणी लंघना पिया सी। गज के आखो सतनाम श्री वाहिगुरू। भगत वड्डा राजा जनक है, गुरमुख माया विच उदासी, देवलोक नूं चलिया गण गंधर्व विश्वास सुवासी, जमपुर गया पुकार सुन बेलड़ावन जी नरक निवासी, करे बेनती धर्म रायों सेवक ठाकुर अविनासी, धर्म राय नूं सदन सबना दी कर बंद खलासी, करे बेनती धर्म राय हों सेवक ठाकुर अविनासी, गहने धरे निक नाम पापा नाल करे जिन रजासी, पासंग पाप न पूजनी गुरमुख नाव तोलना तलासी, नरकों छुट्टे जी अंत कट्टी गलों सिलक जाम फांसी, मुक्त युगत नामे की दासी। इस तरह नाल साध संगत यानी इत्थे फिर नरकां दा जिक्र कीता है कि इस राजा जनक जी उत्थे पुजे तां नरकी जी पुकार कर रहे सन। राजा जनक जी ने आख्या कि इन्हों छड़ देव, धर्मराज ने आख्या इन्हों के बट्टे देना पवेगा, तो उन्होंने एक घड़ी नाम सिमरन करके वो दिता सी। एक घड़ी का सिमरन जिन्हें नरकों के सारे कुंड खाली कर दिते सन। इस साध संगत नाम की बरकत है। यानी हुण जे पूरा मतलब बेरवा दसना होवे तो बहुत होर समा लग जाता है। अपने गरुड़ पुराण दे विच 21 नरक दस्से हन, किते 84 हैं, किते 18 भी लिखे हैं, तो इत्थे 18 का जिक्र किया गया है। ये भागवत पुराण और गरुड़ पुराण दे विचों लिया है। बाकी गुरबाणी दे विचों प्रमाण दिता गया है जो आप जी ने श्रवण किया है। गुरु साहब जी ने बार बार ये जिक्र किया है कि तैनूं उस रास्ते जाना पैना है जिहड़ा रास्ता महा दुखदाई है, जिस रास्ते दे को नहीं गिने जाते, जिथे घोर घुप हनेरा यानी अंधकूप नरक जिहड़ा उहदे विच पैना। इस करके सिर्फ एक नाम नूं जपो, परमेश्वर नूं ध्यावो, पार ब्रह्म नूं ध्यावो, भगवान नारायण की शरण में चले जाओ। गुरु साहब जी आखदे हन कि शरण में ज्ञान की रखिया करदा उहनूं नरक नहीं पाउंदा। मेरे राम राय तू संतां का संत तेरे, तेरे सेवक को पौक्ष नाही, जम नहीं आवे नेरे, जम उहदे नेड़े नहीं जाता जिहड़ा कि नाम जपदा। इस करके नाम जपना है। अगले ऐतवार तो प्रभु की कृपा नाल आप पंजवीं अष्टपदी की व्याख्या श्लोक तो सरवण करोगे। पंजवें श्लोक तो गज के आखो सतनाम श्री वाहिगुरू।